बहुत शुक्रिया नुसरत जी ਤੇ ਸਭ ਨੂੰ ਸਲਾਮ ਸਤਿ ਸ਼੍ਰੀ ਅਕਾਲ। ਕੱਲ ਮਜ਼ਦੂਰਾਂ ਦੀ ਅਗਰ ਅਸੀਂ ਕਰ ਰਹੇ ਹਾਂ ਔਰ ਮਜ਼ਦੂਰ ਦਿਹਾੜ ਦੇ ਉੱਤੇ ਕਰ ਰਹੇ ਹਾਂ ਤੇ ਇਹ ਗੱਲ ਉਹਨਾਂ ਮਜ਼ਦੂਰਾਂ ਦੀ ਹੈ ਜਿਨ੍ਹਾਂ ਨੂੰ ਮਜ਼ਦੂਰੀ ਮਿਲਦੀ ਹੈ, ਜਿਹੜੇ ਘਰ ਤੋਂ ਬਾਹਰ ਕੰਮ ਕਰ ਰਹੇ ਨੇ, ਕਿਉਂਕਿ ਇਹ ਜਣੀਆਂ ਦਾ ਫੋਰਮ ਹੈ, ਇਹ ਆਤਨ ਹੈ ਜਿੱਥੇ ਨਾਰਾਂ ਦਾ ਇਕੱਠ ਹੈ, ਜਿੱਥੇ ਔਰਤਾਂ ਇਕੱਠੀਆਂ ਹੋ ਕੇ ਪੜ੍ਹ ਰਹੀਆਂ ਨੇ, ਸਿੱਖ ਰਹੀਆਂ ਨੇ, ਦੁੱਖ ਸੁੱਖ ਦੀ ਸਾਂਝ ਬਣਾ ਰਹੀਆਂ ਨੇ। ਤੇ ਅਸੀਂ ਗੱਲ ਵੀ ਔਰਤ ਦੀ ਲੇਬਰ ਦੇ ਹਵਾਲੇ ਦੇ ਨਾਲ ਕਰਨਾ ਚਾਹੁੰਦੇ, ਕਿਉਂਕਿ ਜਿਹੜਾ ਮਜ਼ਦੂਰ ਬਾਹਰ ਆ ਕੇ ਆਪਣੇ ਹੱਕ ਲਈ ਲੜਦਾ ਏ ਪਿਆ, ਉਹਨੂੰ ਜੰਮਣ ਦੀ ਵੀ ਪਹਿਲੀ ਜਿਹੜੀ ਲੇਬਰ ਹੈ ਉਹ ਮਾਂ ਨੇ ਕੀਤੀ। ਔਰ ਉਹ ਲੇਬਰ ਉਹ ਵੇ ਜਿਹਦਾ ਉਹਨੂੰ ਮੁੱਲ ਹੀ ਨਹੀਂ ਮਿਲਦਾ। ਲੇਬਰ ਦੀ ਡੈਫੀਨੇਸ਼ਨ ਜਿਹੜੀ ਡਿਕਸ਼ਨਰੀ ਸਾਨੂੰ ਦਿੰਦੀ ਹੈ, ਜਿਹੜੀ ਵੀ ਡਿਕਸ਼ਨਰੀ ਚੁੱਕ ਲਓ ਤੇ ਉਹ ਕਹਿੰਦੀਆਂ ਨੇ ਕਿ ਜ਼ਿਹਨੀ ਔਰ ਜਿਸਮਾਨੀ ਕੰਮ ਜਿਹਦਾ ਕਿ ਮੁਆਵਜ਼ਾ ਦਿੱਤਾ ਜਾਂਦਾ ਹੈ। ਬੱਚਾ ਪੈਦਾ ਕਰਨਾ ਹੈ ਜਿਹੜਾ, ਉਹ ਆਮ ਛੋਟਾ ਜਿੰਨਾ ਕੰਮ ਨਹੀਂ ਹੈ। ਔਰਤ ਜ਼ਿਹਨੀ ਤੌਰ ਦੇ ਉੱਤੇ ਵੀ ਭਾਰ ਚੁੱਕ ਰਹੀ ਹੈ, ਜਿਸਮਾਨੀ ਤੌਰ ਤੇ ਵੀ ਚੁੱਕ ਰਹੀ ਹੈ, ਪਰ ਜੰਮਦਿਆਂ ਬੱਚਾ ਉਹਦਾ ਹੈ ਹੀ ਨਹੀਂ, ਉਹਦੇ ਵਾਰਿਸ ਹੋਰ ਬਣ ਜਾਂਦੇ ਨੇ ਔਰ ਉਹੀ ਬੱਚਾ ਵੱਡਾ ਹੋ ਕੇ ਉਸੇ ਔਰਤ ਦੇ ਖਿਲਾਫ ਖੜਾ ਹੋ ਜਾਂਦਾ। ਔਰਤ ਮਾਂ ਦੀ ਸ਼ਕਲ ਵਿੱਚ ਅਗਰ ਸਫਰ ਕਰਦੀ ਹੈ ਪਈ ਤੇ ਇੱਕ ਇੱਕ ਪਲ ਕਿੰਨਾ ਭਾਰ ਉਹਨੇ ਚੁੱਕਿਆ ਹੋਇਆ। ਪੂਰੇ ਘਰ ਦੇ ਜਾਗਣ ਤੋਂ ਪਹਿਲੇ ਉੱਠਦੀ ਹੈ ਤੇ ਸਾਰਿਆਂ ਦੇ ਸੌਣ ਤੋਂ ਬਾਅਦ ਉਹ ਸੌਂਦੀ ਹੈ। ਤੇ ਫਿਰ ਵੀ ਉਹਨੂੰ ਪੁੱਛਿਆ ਜਾਂਦਾ ਵੀ ਤੁਸੀਂ ਕਰਦੇ ਕੀ ਹੋ? ਅਸੀਂ ਤਾਂ ਨੌਕਰੀ ਕਰਕੇ ਆਏ ਹਾਂ, ਕਿਉਂਕਿ ਅਸੀਂ ਜੌਬ ਕਰਨੇ ਆ, ਅਸੀਂ ਦਫ਼ਤਰ ਗਏ ਆ, ਤੁਸੀਂ ਤੇ ਘਰ ਹੀ ਸੌ ਨਾ। ਇੱਕ ਇੱਕ ਨੂੰ ਪੁੱਛਦੀ ਹੈ, ਤੂੰ ਅੱਜ ਕੀ ਖਾਣਾ ਹੈ, ਤੂੰ ਅੱਜ ਕੀ ਪਾਣਾ ਹੈ, ਤੂੰ ਅੱਜ ਕੀ ਕਰਨਾ ਹੈ, ਤੈਨੂੰ ਕੀ ਪਸੰਦ ਹੈ? ਉਹਨੂੰ ਕੋਈ ਨਹੀਂ ਪੁੱਛਦਾ। ਫਿਰ ਅਗਰ ਅਸੀਂ ਔਰਤ ਦੀ ਸ਼ਕਲ ਵਿੱਚ ਦੇਖ ਲਈਏ ਘਰ ਦੇ ਅੰਦਰ ਜੈਂਡਰ ਡਿਫਰੈਂਸ, ਤੇ ਇੱਕੋ ਘਰ ਦੇ ਵਿੱਚ ਮੁੰਡਾ ਤੇ ਕੁੜੀ ਦੋਵੇਂ ਪਲ ਰਹੇ ਨੇ, ਪਰ ਦੋਵਾਂ ਦੀ ਤਰਬੀਅਤ ਵੱਖਰੀ ਕੀਤੀ ਜਾ ਰਹੀ ਹੈ। ਕੁੜੀ ਨੂੰ ਕਹਿਣਾ ਜੋ ਹੈ ਖਾਣਾ ਹੀ ਤੇ ਖਾ ਲੈ, ਅਗਲੇ ਘਰ ਤੇਰੇ ਨਖਰੇ ਕਿੰਨੇ ਵੇਖਣੇ ਨੇ। ਤੇ ਮੁੰਡੇ ਨੂੰ ਪੁੱਛਿਆ ਜਾ ਰਿਹਾ ਤੈਨੂੰ ਇਹ ਨਹੀਂ ਪਸੰਦ, ਚੱਲ ਫਿਰ ਇਹ ਖਾ ਲੈ। ਇਹ ਨਹੀਂ ਪਸੰਦ, ਲੈ ਤੇ ਮੈਂ ਇਹ ਬਣਾ ਦੇਣੀ ਹਾਂ। ਸੋ ਸਾਨੂੰ ਇਹ ਲੱਗਦਾ ਹੈ ਕਿ ਫਰਕ ਪੈਦਾ ਅਸੀਂ ਔਰਤਾਂ ਵੀ ਕਰ ਰਹੀਆਂ। ਬਤੌਰ ਮਾਂ ਸਾਨੂੰ ਆਪਣੇ ਘਰਾਂ ਦੇ ਅੰਦਰ ਇਸ ਚੀਜ਼ ਨੂੰ ਬਦਲਣਾ ਹੈ। ਨੁਜ਼ਰਤ ਅਗਰ ਤੁਹਾਡੇ ਸਾਹਮਣੇ ਬੈਠੇ ਨੇ ਔਰ ਸਭ ਨੂੰ ਲੈ ਕੇ ਜੋੜ ਕੇ ਇਕੱਠਾ ਕਰ ਰਹੇ ਨੇ, ਉਹਦੇ ਪਿੱਛੇ ਪਹਿਲੀ ਤਰਬੀਅਤ ਘਰ ਦੀ ਹੈ, ਬਾਪ ਦੀ ਤੇ ਭਰਾਵਾਂ ਦੀ, ਫਿਰ ਮਾਂ ਦੀ ਵੀ। ਅਸੀਂ ਅਗਰ ਬੈਠੇ ਔਰਤ ਲਈ ਗੱਲ ਕਰ ਰਹੇ ਹਾਂ ਔਰ ਐਨੇ ਇਤਮਾਦ ਔਰ ਯਕੀਨ ਦੇ ਨਾਲ ਕਰ ਰਹੇ ਹਾਂ ਤੇ ਸਾਡੇ ਪਿੱਛੇ ਸਾਡਾ ਬਾਪ ਖੜਾ ਹੈ। ਔਰ ਮਾਂ ਨੇ ਵੀ ਕਦੀ ਉਸ ਤਰ੍ਹਾਂ ਸਨਬ ਨਹੀਂ ਕੀਤਾ, ਲੇਕਿਨ ਥੋੜਾ ਜਿੰਨਾ ਫਰਕ ਜ਼ਰੂਰ ਰੱਖਿਆ ਹਮੇਸ਼ਾ ਮੁੰਡੇ ਤੇ ਕੁੜੀ ਦਾ। ਔਰਤ ਦੀ ਲੇਬਰ ਕਿਹੜੇ ਖਾਤੇ ਦੇ ਵਿੱਚ ਪੈਂਦੀ ਹੈ ਪਈ? ਘਰ ਰਹਿਣ ਵਾਲੀ ਇੱਕ ਬੀਬੀ ਨਾਲ ਗੱਲ ਹੋ ਰਹੀ ਸੀ ਤੇ ਉਹਨੂੰ ਅਸੀਂ ਕਿਹਾ ਕਿ ਦੇਖੋ ਤੁਹਾਡੀ ਲਾਈਫ ਕਿੰਨੀ ਮਜ਼ੇ ਦੀ ਹੈ ਨਾ, ਤੁਸੀਂ ਆਰਾਮ ਨਾਲ ਘਰ ਰਹਿੰਦੇ ਹੋ, ਤੁਹਾਨੂੰ ਸਭ ਚੀਜ਼ਾਂ ਮਿਲ ਜਾਂਦੀਆਂ ਨੇ, ਤੇ ਸਾਨੂੰ ਨੌਕਰੀ ਕਰਨੀ ਪੈਂਦੀ ਹੈ, ਕਮਾ ਕੇ ਲਿਆਉਂਦੇ ਆ, ਫਿਰ ਕੁਛ ਬੰਦੋਬਸਤ ਚੱਲਦਾ ਹੈ।
ਤੇ ਉਹ ਕਹਿਣ ਲੱਗੀ ਬਾਜੀ ਤੁਹਾਨੂੰ ਤੇ ਹਫਤੇ 'ਚ ਇੱਕ ਛੁੱਟੀ ਹੋ ਜਾਂਦੀ ਹੈ, ਸਾਨੂੰ ਤੇ ਉਹ ਵੀ ਨਹੀਂ ਹੁੰਦੀ। ਸੋ ਗੱਲ ਠੀਕ ਹੈ, ਅਸੀਂ ਜੌਬ ਕਰਨ ਵਾਲੀਆਂ ਕਦੀ 2-4 ਘੰਟੇ ਖਿੱਚ ਤਰੂ ਕੇ ਵੱਖਰੇ ਕੱਢ ਲਈਦੇ ਨੇ ਕਿ ਇਹ ਸਾਡੀ ਆਪਸ ਦੀ ਗੈਦਰਿੰਗ ਹੈ ਜਾਂ ਅਸੀਂ ਇਕੱਠੇ ਬੈਠਣਾ ਹੈ ਜਾਂ ਮਿਲਣਾ ਹੈ। ਪਰ ਉਹ ਔਰਤ ਜਿਹੜੀ ਘਰ ਦੇ ਅੰਦਰ ਕੰਮ ਕਰ ਰਹੀ ਹੈ, ਜਿਹੜੀ 24 ਘੰਟੇ ਔਨ ਡਿਊਟੀ ਹੈ, ਜਿਹੜੀ ਇੱਕ ਪਲ ਲਈ ਵੀ ਦਿਮਾਗੀ ਤੌਰ ਦੇ ਉੱਤੇ ਫ੍ਰੀ ਨਹੀਂ ਹੁੰਦੀ, ਉਹ ਸੁੱਤੀ ਹੋਈ ਵੀ ਸੋਚਦੀ ਹੈ ਵੀ ਸਵੇਰੇ ਨਾਸ਼ਤੇ ਲਈ ਚੀਜ਼ਾਂ ਹੈ ਨੇ ਘਰ ਕੇ ਨਹੀਂ ਹੈ, ਔਰ ਜਿੱਦੀ ਲੋੜ ਪੂਰੀ ਨਹੀਂ ਹੋਏਗੀ ਉਹ ਉਸੇ ਦੇ ਉੱਤੇ ਹੀ ਬੋਲੇਗਾ। ਇਹ ਤੇ ਲੇਬਰ ਦੀ ਅਸੀਂ ਇੱਕ ਸ਼ਕਲ ਦੇਖ ਰਹੇ ਹਾਂ। ਵਿਆਹ ਹੋ ਜਾਂਦਾ ਹੈ, ਮੁੰਡਾ ਘਰ ਛੱਡ ਕੇ ਨਹੀਂ ਆ ਰਿਹਾ, ਕੁੜੀ ਘਰ ਛੱਡ ਕੇ ਜਾ ਰਹੀ। ਇਹ ਕੋਈ ਛੋਟਾ ਜਿਹਾ ਸੈਕਰੀਫਾਈਸ ਨਹੀਂ ਹੈ। ਔਰ ਫਿਰ ਜਿਹਦੇ ਲਈ ਉਹ ਘਰ ਛੱਡ ਕੇ ਜਾ ਰਹੀ ਹੈ ਔਰ ਉਹਨੂੰ ਦੱਸਿਆ ਜਾ ਰਿਹਾ ਹੈ ਕਿ ਇਹ ਘਰ ਤੇਰਾ ਨਹੀਂ ਹੈ, ਅਗਲਾ ਘਰ ਤੇਰਾ ਹੈ। ਉੱਥੇ ਉਹ 10-20 ਸਾਲ ਗੁਜ਼ਾਰ ਲੈਂਦੀ ਹੈ ਤੇ ਉਹਨੂੰ ਅੰਦਾਜ਼ਾ ਹੁੰਦਾ ਕਿ ਇਹ ਵੀ ਮੇਰਾ ਨਹੀਂ ਹੈ। ਘਰ ਤੇ ਜਾਂ ਪਿਓ ਦਾ ਹੁੰਦਾ ਜਾਂ ਭਰਾਵਾਂ ਦਾ ਜਾਂ ਖਸਮਾਂ ਦਾ ਤੇ ਜਾਂ ਪੁੱਤਰਾਂ ਦਾ। ਔਰਤ ਦਾ ਤੇ ਘਰ ਹੀ ਕੋਈ ਨਹੀਂ ਹੁੰਦਾ। ਜਿਹਦਾ ਘਰ ਹੀ ਕੋਈ ਨਹੀਂ ਹੈ, ਜਿਹੜੀ ਕੱਖੋਂ ਹੌਲੀ ਹੈ, ਉਹਦੇ ਤੇ ਹੱਕ ਹਕੂਕ ਹੋਈ ਕੋਈ ਨਾ। ਤੇ ਇਸਤੇਮਾਲ ਕਰਨ ਦੀ ਚੀਜ਼ ਹੈ, ਉਹਨੂੰ ਇਸਤੇਮਾਲ ਕੀਤਾ ਜਾਂਦਾ। ਪਰ ਇਸਤੇਮਾਲ ਉਦੋਂ ਤੱਕ ਕੀਤਾ ਜਾਏਗਾ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਇਸਤੇਮਾਲ ਕਰਨ ਦੀ ਇਜਾਜ਼ਤ ਦੇਵਾਂਗੇ। ਅਸੀਂ ਕਿਉਂ ਆਪਣੇ ਵਾਸਤੇ ਵੇਲ ਨਹੀਂ ਕੱਢਦੇ? ਅਸੀਂ ਇਨਸਾਨ ਨਹੀਂ ਆ? ਇੱਕ ਦੂਜੇ ਨੂੰ ਮਿਲਣਾ, ਇੱਕ ਦੂਜੇ ਨੂੰ ਸੁਣਨਾ, ਇੱਕ ਦੂਜੇ ਨੂੰ ਵੇਖਣਾ ਕੀ ਸਾਡਾ ਹੱਕ ਨਹੀਂ ਹੈ? ਥੋੜਾ ਜਿੰਨਾ ਤੁਸੀਂ ਘਰ ਚੰਗੇ ਕੱਪੜੇ ਪਾ ਕੇ ਤਿਆਰ ਹੋ ਜਾਓ ਤੇ ਪੁੱਛਣਗੇ ਬਈ ਅੱਜ ਖੈਰ ਹੈ? ਵੀ ਬੰਦੇ ਰੋਜ਼ ਤਿਆਰ ਹੋ ਕੇ ਬਾਹਰ ਨਿਕਲਣ ਤੇ ਕੋਈ ਮਸਲਾ ਨਹੀਂ। ਉਹ ਬੀਬੀ ਘਰ ਹੀ ਅਗਰ ਸੁਥਰੇ ਕੱਪੜੇ ਪਾ ਲੇ, ਕੋਈ ਵਾਲ ਸਵਾਰ ਲੇ ਤੇ ਉਹ ਖੈਰ ਖੈਰੀਅਤ ਪੁੱਛਣੇ ਸ਼ੁਰੂ ਹੋ ਜਾਂਦੇ। ਸੋ ਕਿੰਨਾ ਫਰਕ ਹੈ ਸਾਡੇ ਇਹੀ ਮਰਦ ਜਿਹੜੇ ਦਫ਼ਤਰਾਂ ਦੇ ਵਿੱਚ, ਸੁਸਾਇਟੀ ਦੇ ਵਿੱਚ, ਬਾਕੀ ਜਗ੍ਹਾ ਤੇ ਔਰਤਾਂ ਦੇ ਨਾਲ ਬਹਿ ਕੇ ਗੱਲਾਂ ਕਰ ਰਹੇ ਹੁੰਦੇ ਨੇ, ਆਪਣੇ ਘਰ ਦੀ ਔਰਤ ਦੇ ਨਾਲ ਉਹ ਕੀ ਕਰ ਰਹੇ ਨੇ, ਜਿੰਨੇ ਭਾਸ਼ਣ ਦੇ ਰਹੇ ਨੇ। ਗੱਲ ਹੋ ਰਹੀ ਸੀ ਕਿ ਔਰਤ ਨੇ ਜ਼ਿੰਦਗੀ ਨੂੰ ਸ਼ੁਰੂ ਕਿਵੇਂ ਕੀਤਾ। ਤੁਸੀਂ ਨੁਜ਼ਰਤ ਜੀ ਦੇ ਨਾਲ ਪੜ੍ਹ ਰਹੇ ਹੋ ਸਾਰਾ ਕੁਝ ਤੇ ਲਾਜ਼ਮੀ ਡਿਸਕਸ਼ਨ ਹੋਈ ਹੋਵੇਗੀ, ਪਰ ਅਸੀਂ ਕਿਉਂਕਿ ਕੁਝ ਨਵੇਂ ਬੱਚੇ ਵੀ ਇੱਥੇ ਹੈ ਨੇ ਸਾਡੇ, ਅਸੀਂ ਗੱਲ ਦੁਹਰਾ ਲੈਣੇ ਆ ਥੋੜੀ ਜਿਹੀ ਕਿ ਪਹਿਲੇ ਜ਼ਿੰਦਗੀ ਹੈ ਜਿਹੜੀ ਉਹ ਜੰਗਲਾਂ ਔਰ ਗਾਰਾਂ ਵਿੱਚ ਸੀ ਤੇ ਜੰਗਲਾਂ ਦੇ ਵਿੱਚ ਟੁਰਦਾ ਪਿਆ ਬੰਦਾ ਤੇ ਉੱਥੇ ਰਹੇਗਾ ਜਿੱਥੇ ਜਿੱਥੇ ਉਹਨੂੰ ਖਾਣ ਨੂੰ ਕੁਝ ਮਿਲ ਰਿਹਾ ਹੈ, ਕਿਉਂਕਿ ਜ਼ਿੰਦਗੀ ਦੀ ਬੁਨਿਆਦੀ ਲੋੜ ਹੈ ਜਿਹੜੀ ਉਹ ਖਾਣਾ ਹੈ। ਹੁਣ ਦਰਮਿਆਨ ਦੇ ਵਿੱਚ ਵਕਤ ਆ ਜਾਂਦਾ ਹੈ ਜਿਸ ਵਕਤ ਕਿ ਔਰਤ ਨੇ ਬਾਲ ਜੰਮਣਾ ਹੈ, ਉਹ ਐਨੇ ਭਾਰ ਨਾਲ ਸਫ਼ਰ ਨਹੀਂ ਕਰ ਸਕਦੀ, ਸੋ ਉਹਨੂੰ ਇੱਕ ਜਗ੍ਹਾ ਬਿਠਾ ਕੇ ਤੇ ਬੰਦਾ ਅੱਗੇ ਨਿਕਲ ਜਾਂਦਾ। ਫਿਰ ਲੰਮਾ ਫੇਰਾ ਪਾ ਕੇ ਵਰੁੱਤ ਪਰਤਦੀ ਏ, ਫਿਰ ਕਿਸੇ ਵੇਲੇ ਵਾਪਿਸ ਆਉਂਦਾ ਤੇ ਪਤਾ ਲੱਗਦਾ ਅੱਛਾ ਜੀ ਇੱਥੇ ਛੱਡ ਗਿਆ ਸਾਂ, ਹੁਣ ਬਾਲ ਬੱਚਾ ਨਾਲ ਹੈ, ਚਲੋ ਜੀ ਹੁਣ ਅੱਗੇ ਟੁਰ ਪਓ। ਔਰਤ ਦੇ ਕੋਲ ਜਿਹੜੀ ਵੇਲ ਹੁੰਦੀ ਹੈ ਨਾ, ਉਹ ਆਪਣੀ ਉਸ ਵੇਲ ਵਿੱਚ ਵੀ ਲੇਬਰ ਕਰਦੀ। ਜਿਸਮਾਨੀ ਔਰ ਜ਼ਿਹਨੀ ਤੌਰ ਉੱਤੇ ਤੇ ਉਹ ਇੱਕ ਜਗ੍ਹਾ ਦੇ ਉੱਤੇ ਬੱਝੀ ਹੋਈ ਹੈ ਕਿ ਉਹ ਇੱਕ ਜ਼ਿੰਮੇਵਾਰੀ ਪੂਰੀ ਕਰ ਰਹੀ ਹੈ, ਉਹਨੇ ਉਸ ਬੱਚੇ ਦਾ ਧਿਆਨ ਕਰਨਾ ਹੈ ਜਦੋਂ ਤੱਕ ਕਿ ਉਹ ਉਹਨੂੰ ਪੈਦਾ ਨਹੀਂ ਕਰ ਲੈਂਦੀ ਔਰ ਫਿਰ ਉਹਨੂੰ ਸਾਂਭਣਾ। ਉਸ ਵੇਲੇ ਦੇ ਵਿੱਚ ਉਹ ਬੈਠੀ ਹੋਈ ਹੈ ਤੇ ਬੈਠ ਕੇ ਉਹ ਦੇਖ ਕੀ ਰਹੀ ਹੈ ਕਿ ਅਸੀਂ ਜੋ ਚੀਜ਼ ਖਾਧੀ ਸੀ ਉਹਦੇ ਚੋਂ ਜੋ ਸਭ ਚੀਜ਼ਾਂ ਨਿਕਲੀਆਂ ਸਾਨੂੰ ਮਿੱਟੀ 'ਚ ਸੁੱਟ ਪਾਈਆਂ ਸਨ, ਤੇ ਇਹ ਜੋ ਨਿਕਲਿਆ ਹੁਣ ਬੂਟਾ ਇਹਦੇ ਉੱਤੇ ਉਹੀ ਚੀਜ਼ ਲੱਗੀ ਹੋਈ ਹੈ ਜਿਹੜੀ ਅਸੀਂ ਪਹਿਲੇ ਖਾਧੀ ਸੀ। ਹੁਣ ਉਹਨੂੰ ਨਾਂ ਤੇ ਨਹੀਂ ਸਨ ਉਦੋਂ ਆਂਦੇ ਚੀਜ਼ਾਂ ਦੇ। ਫਿਰ ਉਹਨੇ ਦੇਖਣਾ ਕਿ ਜਿਹੜਾ ਰੁੱਖ ਉੱਤੇ ਉੱਚਾ ਬਣਿਆ ਹੋਇਆ ਹੈ, ਉੱਚਾ ਖੜਾ ਹੈ, ਹੇਠਾਂ ਉਹਦੇ ਹੀ ਵਰਗੇ ਨਿੱਕੇ ਨਿੱਕੇ ਬੂਟੇ ਵੀ ਪੇ ਨਿਕਲਦੇ ਨੇ, ਤੇ ਉਹਨੇ ਗੌਰ ਕੀਤਾ ਕਿ ਇਹ ਕਿਸ ਤਰ੍ਹਾਂ ਨਿਕਲ ਰਹੇ ਨੇ। ਉਹ ਵੇਲ ਉਹਨੂੰ ਮਿਲੀ
उस पारों क्योंकि वो बैठी हुई, वो बह के देख रही है, ਉਹਦੇ ਕੋਲ ਵੇਲ ਹੈ। ਉਸ ਵੇਲ ਦੇ ਵਿੱਚ ਉਹ ਹਥਿਆਰ ਔਜ਼ਾਰ ਨਹੀਂ ਬਣਾ ਰਹੀ, ਬਲਕਿ ਉਹ ਨੇਚਰ ਦੇ ਨਾਲ ਜੁੜ ਰਹੀ ਹੈ। ਉਹ ਵੇਖ ਰਹੀ ਹੈ ਕੁਦਰਤ ਦੇ ਰੰਗ ਕੀ ਨੇ, ਕੁਦਰਤ ਕਿਵੇਂ ਬਣਾ ਰਹੀ ਚੀਜ਼ਾਂ। ਨਿੱਕੇ ਨਿੱਕੇ ਬੀਂ ਡਿੱਗਦੇ ਨੇ ਪਏ, ਰੁੱਤ ਪਰਤਦੀ ਏ, ਉਹਨਾਂ ਬੀਆਂ ਤੋਂ ਨਵੇਂ ਬੂਟੇ ਪੇ ਨਿਕਲਦੇ। ਸੋ ਬੂਟਾ ਨਿਕਲਿਆ, ਉਹਦੇ ਤੋਂ ਫਿਰ ਉਹਨੇ ਫਲ ਲਾਇਆ, ਖਾਧਾ, ਮੁੜ ਕੇ ਉਹਨੇ ਉਹ ਬੀਂ ਸਾਂਭ ਲਏ। ਮੌਸਮ ਬਦਲਿਆ, ਉਹਨੇ ਉਹ ਬੀਂ ਫੇਰ ਵਿੱਚ ਮਿੱਟੀ ਦੇ ਲਾ ਦਿੱਤਾ। ਹੁਣ ਕੁਝ ਚਿਰ ਬਾਅਦ ਜਦੋਂ ਪੂਰਾ ਟੱਬਰ, ਕਬੀਲਾ ਜਾਂ ਉਹਦਾ ਬੰਦਾ ਵਾਪਿਸ ਪਰਤੇ ਹੋਣਗੇ, ਤੇ ਉਹਨਾਂ ਦੇਖਿਆ ਕਿ ਇੱਥੇ ਤੇ ਪੂਰੀ ਫਸਲ ਖਲੋਤੀ ਹੋਈ, ਮੈਂ ਤੇ ਪਿਆ ਬਾਹਰ ਮਾਰਾ ਮਾਰੀ ਕਰਨਾ ਵਾ, ਇਹਨੇ ਘਰ ਹੀ ਖੇਤੀ ਉਗਾਈ ਹੋਈ ਹੈ। ਨੇ ਕਿਹਾ ਇਹ ਕੰਮ ਠੀਕ ਹੈ। ਸੋ ਵਾਈ ਬੀਜੀ ਸ਼ੁਰੂ ਹੋ ਗਈ। ਫਿਰ ਪਤਾ ਲੱਗਾ ਇਹਦੇ ਲਈ ਪਾਣੀ ਦੀ ਜ਼ਰੂਰਤ ਹੈ, ਤੇ ਪਾਣੀ ਦੇ ਕੰਢੇ ਪਹਿਲੀਆਂ ਆਬਾਦੀਆਂ ਨੇ ਜਿਹੜੀਆਂ ਉਹ ਬਣਨੀਆਂ ਸ਼ੁਰੂ ਹੋਈਆਂ। ਹੁਣ ਪਾਣੀ ਦੇ ਕੰਢੇ ਜਿਸ ਵਕਤ ਬੰਦੇ ਨੇ ਖੇਤੀਬਾੜੀ ਸ਼ੁਰੂ ਕੀਤੀ, ਤੇ ਉਹਦੇ ਵਿੱਚ ਔਰਤ ਉਹਦੇ ਨਾਲ ਬਰਾਬਰ ਦੀ ਸ਼ਰੀਕ ਸੀ। ਪਹਿਲੇ ਦਿਨ ਤੋਂ ਉਹ ਆਪਣੀ ਹਿੰਮਤ ਔਰ ਸਕਤ ਤੋਂ ਵੱਧ ਕੰਮ ਵੀ ਕਰਦੀ, ਬਗੈਰ ਕਿਸੇ ਮੁਆਵਜ਼ੇ ਦੇ, ਔਰ ਮੰਗ ਵੀ ਨਹੀਂ ਰਹੀ। ਘਰ ਦਾ ਕੰਮ ਕਰਨ ਵਾਲੀ ਬੀਬੀ ਬੜੀ ਰਾਜ਼ੀ ਹੁੰਦੀ ਹੈ ਜਿਸਲੇ ਸਾਰੇ ਰੋਟੀ ਖਾ ਲੈਂਦੇ ਨੇ, ਉਹ ਢੇਰ ਭਾਂਡਿਆਂ ਦਾ ਧੋ ਕੇ ਸਾਰਾ ਕਿਚਨ ਸਾਫ਼ ਕਰਕੇ ਤੇ ਆਰਾਮ ਨਾਲ ਬੈਠਦੀ ਹੈ ਤੇ ਕਹਿੰਦੀ ਹੈ ਸ਼ੁਕਰ ਹੈ। ਇਹ ਉਹਦੇ ਅੰਦਰ ਮੁਹੱਬਤ ਹੈ, ਉਹੀ ਮੁਹੱਬਤ ਜਿਹਦੇ ਨਾਲ ਉਹ ਬੱਚਾ ਹੈ ਜਿਹੜਾ ਉਹਨੂੰ ਜੰਮਦੀ। ਸੋ ਮੁਹੱਬਤ ਦੇ ਨਾਲ ਬਣੀ ਇਸ ਔਰਤ ਨੂੰ, ਜਿਨੇ ਅੰਨ ਉਗਾਵਣ ਹੈ ਜਿਹੜਾ ਉਹ ਸ਼ੁਰੂ ਕੀਤਾ ਹੈ, ਜਿਨੇ ਕੱਪੜਾ ਬਣਾਇਆ ਹੈ, ਜਿਨੇ ਸਿਲਾਈ ਕਢਾਈ ਕੀਤੀ ਹੈ, ਜਿਨੇ ਘਰ ਬਣਾਉਣਾ ਦੱਸਿਆ, ਜਿਨੇ ਜੋੜਨਾ ਤੇ ਫਿਰ ਜੋੜ ਕੇ ਵੰਡਣਾ ਦੱਸਿਆ, ਉਹਦੇ ਆਪਣੇ ਕੀ ਹਕੂਕ ਨੇ, ਉਹਨੂੰ ਸਿਰਫ ਉਹਦੇ ਫਰਾਇਜ਼ ਦੇ ਬਾਰੇ ਦੱਸਿਆ ਜਾਂਦਾ, ਉਹਦੇ ਹਕੂਕ ਦੇ ਬਾਰੇ ਨਹੀਂ ਪੁੱਛਿਆ ਜਾਂਦਾ। ਤੇ ਜਦੋਂ ਤੱਕ ਅਸੀਂ ਗੱਲ ਨਹੀਂ ਕਰਾਂਗੇ ਨਾ ਕਿ ਉਹਦੇ ਹਕੂਕ ਕੀ ਨੇ, ਔਰ ਅਸੀਂ ਉਹਨਾਂ ਦੇ ਬਾਰੇ ਸਵਾਲ ਨਹੀਂ ਚੁੱਕਾਂਗੇ, ਉਹ ਸਾਨੂੰ ਨਹੀਂ ਦਿੱਤੇ ਜਾਣਗੇ। ਇੱਕ ਵੇਲਾ ਸੀ ਜਿਸ ਵਕਤ ਲਾਲ ਰੰਗ ਦੀ ਪੂਜਾ ਕੀਤੀ ਜਾਂਦੀ ਸੀ, ਔਰ ਮਰਦ ਜਿਹੜਾ ਉਹ ਲਾਲ ਰੰਗ ਨੂੰ ਪੂਜਦਾ ਸੀ। ਔਰਤ ਦੀ ਮਾਂਗ ਦੇ ਵਿੱਚ ਜਿਹੜਾ ਸਿੰਦੂਰ ਹੈ, ਇਹ ਉਸੇ ਦੀ ਪੁਰਾਣੀ ਰੀਤ ਚੱਲਦੀ ਆ ਰਹੀ। ਕਿਉਂ? ਕਿਉਂਕਿ ਉਹ ਇਹ ਦੇਖਦਾ ਸੀ ਕਿ ਇੱਕ ਖਾਸ ਕਿਸਮ ਦੀ ਚੀਜ਼ ਹੈ ਜਿਹੜੀ ਹਰ ਮਹੀਨੇ ਇਹਦੇ ਤੋਂ ਬਾਹਰ ਆਂਦੀ ਹੈ, ਪਰ ਜਦੋਂ ਇਹ ਬੱਚਾ ਪੈਦਾ ਕਰਦੀ ਹੈ ਉਹਨਾਂ ਟਾਈਮ ਉਹ ਨਹੀਂ ਆਂਦੀ। ਸੋ ਉਦੋਂ ਸੋਚਿਆ ਗਿਆ ਕਿ ਇਹਦਾ ਮਤਲਬ ਹੈ ਕਿ ਇਹ ਜੋ ਲਾਲ ਪਾਣੀ ਨਿਕਲਦਾ ਹੈ ਇਹ ਤਾਕਤ ਹੈ ਜਿਹਦੇ ਨਾਲ ਇਹ ਬੱਚਾ ਬਣ ਰਿਹਾ। ਸੋ ਉਹਦੀ ਪੂਜਾ ਕੀਤੀ ਜਾਂਦੀ ਸੀ। ਉਹੀ ਮਾਂਗ ਦਾ ਸਿੰਦੂਰ ਹੈ, ਉਹੀ ਲਾਲ ਜੋੜਾ ਹੈ, ਪਰ ਉਸੇ ਲਾਲ ਜੋੜਾ ਪਾਵਣ ਵਾਲੀ ਦੀ ਜੇ ਰੱਤ ਪੀਤੀ ਜਾਏ ਤੇ ਫਿਰ ਉਹਨੂੰ ਬੋਲਣਾ ਪਏਗਾ। ਰੱਬ ਮੁਹੱਬਤ ਕਰਦਾ ਹੈ, ਪਿਆਰ ਕਰਦਾ ਹੈ, ਸਾਨੂੰ ਦੇਂਦਾ ਹੈ, ਨਵਾਜ਼ਦਾ ਹੈ, ਪਰ ਜਿਸ ਵਕਤ ਅਸੀਂ ਆਪਣੀ ਹੱਦੋਂ ਵੱਧ ਕੇ ਉਹਦੀ ਹੱਦ ਵਿੱਚ ਦਖਲ ਅੰਦਾਜ਼ੀ ਕਰਨੇ ਆ ਨਾ, ਤੇ ਫਿਰ ਕਹਿਰ ਔਰ ਜਬਰ ਵੀ ਕਰਦਾ। ਇਸੇ ਤਰ੍ਹਾਂ ਜਿੰਨੀ ਦੇਰ ਔਰਤ ਨੂੰ ਇੱਜ਼ਤ ਨਾਲ ਰੱਖਿਆ ਜਾਏ ਉਹ ਰਵੇ, ਪਰ ਜਿੱਥੇ ਉਹਦੀ ਇੱਜ਼ਤ ਨਹੀਂ ਕੀਤੀ ਜਾ ਰਹੀ, ਫਿਰ ਉਹ ਕੋਈ ਵੀ ਰਿਸ਼ਤਾ ਹੈ, ਇਹਦੇ 'ਚ ਫਿਰ ਵੰਡ ਨਹੀਂ ਹੈ ਕਿ ਇਹ ਬਾਪ ਦਾ, ਇਹ ਭਰਾ ਦਾ, ਇਹ ਖਾਮਨ ਦਾ ਤੇ ਇਹ ਪੁੱਤਰ ਦਾ। ਉਹ ਜਿਹੜਾ ਵੀ ਰਿਸ਼ਤਾ ਹੈ ਉਹਦੇ ਨਾਲ ਗੱਲ ਕਰਨੀ ਜ਼ਰੂਰੀ ਹੈ। ਅਸੀਂ ਗੱਲ ਕਰਦੇ ਡਰਨੇ ਆ, ਕਿਉਂਕਿ ਅਸੀਂ ਅਗਰ ਗੱਲ ਕਰਨੇ ਆ ਤੇ ਉਸ ਗੱਲ ਤੇ ਪਰਿਆ ਪਾਈ ਜਾਂਦੀ, ਔਰ ਉਹ ਪਰਿਆ ਕੌਣ ਪਾਉਂਦਾ? ਉਹ ਫਿਰ ਮਰਦ ਹੀ ਪਾਉਂਦੇ ਨੇ। टू 2002 ਤੋਂ ਅਸੀਂ ਯੂਨੀਵਰਸਿਟੀ ਜੁਆਇਨ ਕੀਤੀ ਤੇ ਸਾਲ ਡੇਢ ਤੋਂ ਬਾਅਦ ਅਸੀਂ ਉੱਥੇ ਹੈਰੈਸਮੈਂਟ ਫੇਸ ਕਰਨੀ ਸ਼ੁਰੂ ਕੀਤੀ।
सो एक यंग एज होंदी है और ऐसा टाइम होता है कि इंसान परेशान होता है और वो खास एक ट्रॉमे चला जाता है, बंदा चुप कर जाता है, डर जाता है और यही सिस्टम चाहता है असी भी चुप रहे साल 2 3 4 5 6 पर वो गल खत्म नहीं हुई, चलती रही चलती रही चलती रही, अल्टीमेट सानू बोलना पिया और बोलन का रिजल्ट की है ਤੁਸੀਂ ਨੁਜ਼ਰ ਜੀ ਦੱਸ ਰਹੇ ਸਾ ਨਾ ਕਿ 86 ਦੇ ਵਿੱਚ ਸ਼ਿਕਾਗੋ ਵਾਲਾ ਵਾਕਿਆ ਹੋਇਆ ਤੇ 94 ਦੇ ਵਿੱਚ ਆ ਕੇ ਡੇ ਵੇ ਜਿਹੜਾ ਉਹਨੂੰ ਫਿਕਸ ਕੀਤਾ ਗਿਆ। ਅਸੀਂ 2016 ਚ ਦਰਖਾਸਤ ਦਿੱਤੀ ਸੀ, 2021 ਆ ਗਿਆ, ਅਜੇ ਤੱਕ ਉਹਦਾ ਫੈਸਲਾ ਨਹੀਂ ਹੋਇਆ ਜਦੋਂ ਕਿ ਨਾਲ ਐਵੀਡੈਂਸਿਸ ਮੌਜੂਦ ਨੇ। ਪਰ ਇਹਦਾ ਮਤਲਬ ਹੈ ਹਰਗਿਜ਼ ਨਹੀਂ ਹੈ कि असी मायूस हाँ या ना उम्मीद हाँ या असी बोलना नहीं, बोलना तो है। अगर असी आज नहीं बोलांगे तो यह सानू याद रखना चाहिए कि आने वाली नस्ल सानू माफ नहीं करेगी, क्योंकि असी उन्हां ते जुल्म करन वाले जालिम नू होर मजबूत करके जावांगे। ते एदा मतलब है कि असी बराहे रास्त ते जुल्म नहीं कीता, लेकिन असी दूजे पासियों अपना हिस्सा जरूर पाया। असी एक औरत दे हवाले नाल गल करते हैं, जिहड़ा मुबसरा उन्होंने अपना पेपर पढ़िया और गल की, उहदे च उन्होंने गल की है कि दरख्त जिस तरह होंदा है कि उहदी छां है और उहदा किन्ना खिलार है, ते औरत दा रोल जिंदगी दे विच ऐसे रुख वांगे वो आप झुक जरदी है पर सब नू छां देंदी, वो अपनियां हड्डियां गला लैंदी है पर दवाई लई घरदियां नू नहीं कहंदी। जिवें रुख अखीर ते आके सड़ बल के स्वाह हो के भी कुछ ना कुछ पका के दे जांदा ना, यही औरत ओनू छांगदे रहिंदे ने सारा वेला, कदी रीतां नाल, कदी रस्मां नाल, कदी रिवाजां नाल, कदी कानूनां नाल, कदी किसी मजहब नाल, मतलब सारे असूल कायदे कानून औरत वास्ते ने। ਉਹਦੇ ਨਾਲ ਉਹਨੂੰ ਛਾਂਗਦੇ ਰਹਿੰਦੇ ਨੇ, ਉਹਨੂੰ ਕੱਟਦੇ ਰਹਿੰਦੇ ਨੇ, ਫੇਰ ਖਿਲਰਦੀ ਰਹਿੰਦੀ ਹੈ ਜਿਵੇਂ ਦਰਖਤ। ਤੇ ਉਹ ਫਰੀਦ ਦਾ ਦੋੜਾ ਨਾ, ਉਹ ਲਿਖਦਾ ਹੈ ਕਿ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾ ਪਰਾਂਦ, ਕਿ ਕੁਦਰਤ ਦੀ ਚਾਕਰੀ ਕਰ, ਉਹਦਾ ਨੌਕਰ ਹੋ ਤੇ ਦਿਲ ਨੂੰ ਸਾਫ਼ ਕਰ, सारी मैल के चैल लत जाएगी, क्योंकि ओदा नौकर होने नाल ही सब चीज पाक हो जानी। दरवेशां नू लोड़िए रुखां दी जिरांद, कि अगर दरवेश देखने ने, दरवेशां नू मिलना है ते रुखां नू वेखो। ते औरत दी जिंदगी है जेड़ी ओ रुखी है, जे ओदे ते फल लग गया ते फिर भी सोटी मारनी है या किसी चीज नाल कट के फल ला लेना, ते जे ओनू फल नहीं लगा ते उंजे ही वड दियो। क्यों औरत तो डिमांड की जाती है कि हर औरत दे घर बच्चा होना लाजमी है? किन्ने घर ने साडे जेड़े सिर्फ इस वजह तो उजड़ गए ने कि औलाद नहीं हुई। साडे सामने नेचर खिलरी नहीं पई कि सारे रुखां नू फुल लगदे ने, कि सारियां नू फल लगदे ने, कि सारे छां देंदे ने, कि सारे उच्चे लम्मे दरख्त बनदे ने। वो जेड़ा फिक्सेशन दा आइडिया है साडा कुड़ी पसंद करदी, ऐना रंग ते ऐने फुट कद ते ऐनी तालीम ते अखां इंज दियां। असी बंदे ने, साडे इस सिस्टम ने कुदरत दे नाल लड़ाई शुरू कीती हुई, और रब दी बनाई चीज दे विच नुक्स कड्डदा पिया और ओनू अपने मुताबिक करना चाह रहा है। ते अपने मुताबिक करके असी देख ही लिया है की हो रहा है। एडी साइंस, एडी तरक्की,
ਇੰਨੀਆਂ ਕਾਮਯਾਬੀਆਂ, ਇੰਨੀਆਂ ਮਰਦਾਨਗੀਆਂ ਕਿੱਥੇ ਨੇ ਹੁਣ। ਔਰ ਇਸ ਟਾਈਮ ਤੇ ਵੀ ਤੁਸੀਂ ਅਗਰ ਦੇਖੋ ਤੇ ਹਰ ਘਰ ਦੇ ਵਿੱਚ ਜਿੰਨਾ ਮਰਦ ਡਰ ਰਿਹਾ ਨਾ, ਉਨੀ ਔਰਤ ਨਹੀਂ ਡਰ ਰਹੀ, ਕਿਉਂਕਿ ਮਰਦ ਨੂੰ ਕੈਦ ਹੋਣਾ ਪਿਆ ਹੈ ਪਹਿਲੀ ਵਾਰੀ। ਔਰਤ ਸਦਾ ਦੀ ਕੈਦ ਹੈ। ਉਹਨੇ ਕਿਹਾ ਮੈਂ ਤਾਂ ਪਹਿਲੇ ਹੀ ਕੈਦ ਸਾਂ, ਤੁਸੀਂ ਵੀ ਘਰ ਪਵੋਗੇ, ਤੁਹਾਨੂੰ ਪਤਾ ਲੱਗੇ ਕੈਦ ਹੁੰਦੀ ਕੀ ਹੈ ਨਾ। ਇੰਟਰਸਟਿੰਗ ਗੱਲ, ਤੁਸੀਂ ਦੇਖੋ ਬੰਦੇ ਘਰ ਰਹਿ ਕੇ 2 ਦਿਨ ਖਿੱਚਦੇ ਨੇ ਪਏ, ਤੇ ਜਿਹੜੀਆਂ ਔਰਤਾਂ ਨੂੰ ਤੁਸੀਂ ਤਾਲੇ ਲਾ ਕੇ ਅੰਦਰ ਡੱਕਿਆ ਹੋਇਆ, ਉਹਨਾਂ ਦਾ ਦਿਲ ਨਹੀਂ ਕਰਦਾ ਬਾਹਰ ਨਿਕਲ ਕੇ ਤਾਜ਼ੀ ਹਵਾ 'ਚ ਜਾਣ ਨੂੰ, ਕੋਈ ਬੂਟੇ ਵੇਖਣ ਨੂੰ, ਕੋਈ ਖੁੱਲਾ ਅਸਮਾਨ ਵੇਖਣ ਨੂੰ। ਸੋ ਔਰਤ ਦੇ ਹਵਾਲੇ ਨਾਲ ਤੇ ਇੰਨੀਆਂ ਗੱਲਾਂ ਨੇ ਕਿ ਅਸੀਂ ਪਤਾ ਨਹੀਂ ਕਿੰਨੀਆਂ ਸੰਗਤਾਂ ਪਏ ਕਰੀਏ ਤੇ ਉਹ ਨਹੀਂ ਮੁੱਕਦੀਆਂ। ਸਹੀ ਕਹਿ ਤੇ ਰਹੇ ਹੋ। ਅਸੀਂ ਇਹ ਸੋਚਿਆ ਸੀ ਕਿ ਅਸੀਂ ਇੱਕ ਨਜਮ ਹੁਸੈਨ ਸੈਯਦ ਸਾਹਿਬ ਦੀ ਨਜ਼ਮ ਹੈ, ਉਹਨੂੰ ਪੜ੍ਹ ਕੇ ਉਹਦੇ ਉੱਤੇ ਗੱਲ ਕਰਨੇ ਆ, ਤੇ ਫਿਰ ਜਿਹੜੇ ਸਵਾਲ ਤੁਹਾਡੇ ਹੋਣਗੇ ਉਹਨਾਂ ਦੇ ਨਾਲ ਵੀ ਅਸੀਂ ਉਸ ਨੂੰ ਜੋੜ ਕੇ ਤੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਤੇ ਫਿਰ ਇਹ ਜਿਹੜਾ ਗਾਵਣ ਹੈ ਇਹ ਸਾਨੂੰ ਨੁਜ਼ਰਤ ਜੀ ਗਾ ਕੇ ਵੀ ਸੁਣਾ। अच्छा, ठीक है कोई? और ठीक है आवाज जी, ठीक आ रही है, ऐसी पूछ रही है? बिल्कुल आवाज ठीक आ रही है, बहुत अच्छे। हाँ जी जरूर। ठीक है। ते ਗਾਵਣ ਇਹ ਹੈ ਵੇ ਇੱਕ ਡਰਾਮਾ ਹੈ ਨਜਮ ਸਾਹਿਬ ਦਾ, ਕੀੜ ਕਹਾਣੀ, ਉਹਦੇ ਵਿੱਚ ਇਹ ਗਾਵਣ ਸ਼ਾਮਿਲ ਹੈ। ਉਹਦੇ ਵਿੱਚ ਬਾਦਸ਼ਾਹ ਹੈ ਮਕੌੜ। ਮਕੌੜਾ ਤੁਹਾਨੂੰ ਪਤਾ ਕੀੜੀਆਂ ਖਾ ਕੇ ਬਣਦਾ, ਜਿਹੜਾ ਬਹੁਤੀਆਂ ਕੀੜੀਆਂ ਖਾ ਲਿਓ ਹੌਲੀ ਹੌਲੀ ਵੱਡਾ ਹੋ ਕੇ ਮਕੌੜਾ ਬਣ ਜਾਂਦਾ। ਐਸੇ ਤਰ੍ਹਾਂ ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ, ਜਿੰਨੇ ਜਿੰਨੇ ਵੱਡੇ ਵੱਡੇ ਲੋਕ ਖਿਲਰਦੇ ਜਾ ਰਹੇ ਨਜ਼ਰ ਆ ਰਹੇ ਨੇ, ਤੁਹਾਨੂੰ ਪਤਾ ਲੱਗ ਜਾਏਗਾ ਕਿੰਨਾ ਕਿੰਨਾ ਕੀ ਕਿਹਦਾ ਕੀ ਖਾ ਚੁੱਕੇ ਨੇ। ਤੇ ਉਹ ਬਾਦਸ਼ਾਹ ਜਿਹੜਾ ਮਕੌੜਾ, ਉਹ ਆਪਣੀ ਸਰਹੱਦ ਤੋਂ ਬਾਹਰ ਆ ਗਿਆ ਤੇ ਹੁਣ ਉਹਨੂੰ ਭੁੱਖ ਲੱਗੀ ਹੈ। ਉਹ ਇੱਕ ਕੀੜੀ ਚੁੱਕ ਕੇ ਖਾਣ ਲੱਗਦਾ ਏ ਤੇ ਉਹਨੂੰ ਕਹਿੰਦੀ ਹੈ ਜ਼ਰਾ ਕੁ ਠਹਿਰ ਜਾ। ਉਹ ਬੋਲਦੀ, ਉਹ ਕਹਿੰਦੀ ਠਹਿਰ ਜਾ ਨਾ ਮੈਨੂੰ ਖਾ। ਉਹ ਕਹਿੰਦਾ ਮੈਨੂੰ ਭੁੱਖ ਲੱਗੀ ਹੈ, ਮੈਂ ਤੈਨੂੰ ਖਾਣਾ ਹੀ ਖਾਣਾ। ਉਹ ਕਹਿੰਦੀ ਖਾ ਲਈ, ਪਹਿਲੇ ਮੇਰੀ ਗੱਲ ਤੇ ਸੁਣ ਲੈ। ਉਹ ਕਹਿੰਦੀ ਐ ਮੈਂ ਜਿਹੜਾ ਸਿਰ ਤੇ ਥਾਲ ਚੁੱਕਿਆ ਹੈ ਨਾ ਅੰਨ ਦਾ, ਰੋਟੀ ਦਾ, ਤੇ ਮੈਂ ਇਹ ਭੰਡਾਰੇ 'ਚ ਰੱਖਾਂ ਵਾ, ਫਿਰ ਮੈਂ ਆ ਜਾਨੀ ਆ, ਤੂੰ ਖਾ ਲਈ ਮੈਨੂੰ। ਮੇਰਾ ਚੱਲਦਾ ਹੈ ਨਾਲ ਉਹ ਵੀ ਦੇਖਦੀ ਉਹ ਬਾਦਸ਼ਾਹ ਮਕੌੜ ਬੜਾ ਹੈਰਾਨ ਹੁੰਦਾ ਹੈ ਕਿ ਇਹਨੂੰ ਡਰ ਨਹੀਂ ਲੱਗਾ ਮਰਨ ਤੋਂ। ਨਹੀਂ ਮੇਰੀ ਉਹ ਕਹਿੰਦਾ ਅੱਛਾ ਚੱਲ ਜਾ, ਕਿਉਂਕਿ ਉਹ ਬਹਾਦਰੀ ਨਾਲ ਸਾਹਮਣਾ ਕਰਦੀ ਹੈ ਨਾ, ਉਹ ਮੌਤ ਤੋਂ ਡਰਦੀ ਨਹੀਂ, ਹਿੰਮਤ ਦੇ ਨਾਲ ਉਹਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਜਾਣ ਦੇ, ਮੈਂ ਭੰਡਾਰੇ 'ਚ ਰੱਖਾਂ ਵਾਂ ਤੇ ਫਿਰ ਮੈਂ ਆ ਜਾਂਦੀ। ਉਹ ਜਾਂਦੀ ਹੈ, ਜਾ ਕੇ ਭੰਡਾਰੇ 'ਚ ਰੱਖ ਕੇ ਵਾਪਸ ਆ ਜਾਂਦੀ। ਉਹਨੂੰ ਪੁੱਛਦਾ ਕਿ ਤੂੰ ਵਾਪਸ ਆ ਗਈ ਹੈ? ਉਹ ਕਹਿੰਦੀ ਹੈ ਹਾਂ। ਤੇ ਕਹਿੰਦਾ ਤੈਨੂੰ ਮੌਤ ਤੋਂ ਡਰ ਨਹੀਂ ਲੱਗਾ? ਕੀੜੀ ਨੇ ਕੀ ਕਿਹਾ? ਉਹਨੇ ਕਿਹਾ ਮੈਂ ਨਾ ਆਉਂਦੀ ਤੇ ਮੇਰੇ ਵਰਗੀ ਤੂੰ ਕੋਈ ਹੋਰ ਫੜ ਕੇ ਖਾ ਲੈਣੀ ਸੀ, ਅਸੀਂ ਸਾਰੀਆਂ ਇੱਕੋ ਹੀ ਆ, ਤੇ ਮੈਂ ਆ ਗਈ ਹਾਂ, ਤੂੰ ਖਾ ਲੈ। ਤੇ ਜੇ ਤੂੰ ਨਾ ਖਾਵੇਂ ਤੇ ਮੈਂ ਆਪਣੇ ਭੰਡਾਰੇ ਚੋਂ ਤੇਰੇ ਖਾਣ ਜੋਗਾ ਵੀ ਲੈ ਆਉਣੀ ਆ ਤੇ ਆਪਣੇ ਜੋਗਾ ਵੀ। ਤੇ ਉਹ ਮਕੌੜ ਬਾਦਸ਼ਾਹ ਕਹਿੰਦਾ ਕਿ ਇਹ ਕਿਸ ਤਰ੍ਹਾਂ ਦਾ ਭੰਡਾਰਾ ਹੈ? ਉਹਨੇ ਕਿਹਾ, ਕੀੜੀ ਨੇ ਉਹਨੂੰ ਸਮਝਾਇਆ ਕਿ ਅਸੀਂ ਸਾਰੀਆਂ ਕੀੜੀਆਂ ਰਲ ਕੇ ਰਿਜ਼ਮ ਜੋੜਨੀਆਂ ਔਰ ਉਹ ਸਾਂਝੇ ਭੰਡਾਰੇ 'ਚ ਰੱਖਣੀਆਂ, ਫਿਰ ਜਿਹਨੂੰ ਜਿੰਨੀ ਲੋੜ ਹੁੰਦੀ ਹੈ ਉਹ ਉਹਨਾਂ ਵਿੱਚੋਂ ਲੈ ਆਉਂਦੀ। ਅੱਜ ਮੇਰੀ ਲੋੜ ਵਿੱਚ ਤੇਰੀ ਵੀ ਸ਼ਾਮਿਲ ਹੈ ਤੇ ਮੈਂ ਤੇਰੇ ਵਾਸਤੇ ਵੀ ਲੈ ਆਵਾਂਗੀ। ਉਹ ਜਾਂਦੀ ਹੈ, ਜਾ ਕੇ ਲੈ ਆਉਂਦੀ। ਬਾਦਸ਼ਾਹ ਜਿਸਲੇ ਪਤਾ ਲੱਗਦਾ ਹੈ ਸਾਰੇ ਸਰਕਾਰੀ ਵਜ਼ੀਰਾਂ ਨੂੰ, ਦਰਬਾਰ ਵਾਲਿਆਂ ਨੂੰ ਕਿ ਬਾਦਸ਼ਾਹ ਨੇ ਤੇ ਅੰਨ ਖਾਣਾ ਸ਼ੁਰੂ ਕਰ ਦਿੱਤਾ ਹੈ ਔਰ ਮਾਸ ਖਾਣਾ ਛੱਡ ਦਿੱਤਾ ਹੈ, ਯਾਨੀ ਬੰਦੇ ਖਾਣੇ ਬੰਦ ਕਰ ਦਿੱਤੇ ਨੇ, ਉਹ ਕਹਿੰਦੇ ਨੇ ਇਹ ਨਾ ਇਹਨੂੰ ਦਰਗਾਹ ਤੇ ਛੱਡ ਆਓ, ਇਹ ਹੁਣ ਸਾਡੇ ਕਿਸੇ ਕੰਮ ਦਾ ਨਹੀਂ, ਨਾ ਇਹ ਆਪ ਖਾਏਗਾ ਨਾ ਸਾਨੂੰ ਖਾਣ ਦੇਵੇਗਾ, ਇਹਨੂੰ ਦਰਗਾਹ ਤੇ ਬਿਠਾ ਦਿਓ। ਉਹਨੂੰ ਦਰਗਾਹ ਤੇ ਬਿਠਾ ਦਿੰਦੇ। ਉਹ ਕੈਦਖਾਨੇ 'ਚ ਫੇਰ ਕੀੜੀ ਆਈ ਹੈ ਉਹਨੂੰ ਮਿਲਣ, ਤੇ ਉਹ ਹੈਰਾਨ ਹੁੰਦਾ, ਕਹਿੰਦੇ ਤੂੰ ਇੱਥੇ ਕਿਸ ਤਰ੍ਹਾਂ ਆ ਗਈ ਹੈ? ਕਹਿੰਦੀ ਹੈ ਕੀੜੀਆਂ ਰਾਹ ਲੱਭ ਲੈਂਦੀਆਂ,
ਤੇ ਉਹ ਕਹਿੰਦਾ ਹੈ ਕਿ ਮੈਂ ਇੱਥੋਂ ਹੁਣ ਕਿਵੇਂ ਨਿਕਲ ਸਕਣਾ, ਤੇ ਉਹਨੂੰ ਕਹਿੰਦੀ ਕਿ ਕੀੜੀ ਹੋ ਜਾ ਤੇ ਨਿਕਲ। ਸੋ ਕੀੜੀਆਂ ਦਾ ਗਾਵਣ ਹੈ, ਹੋਵਣ ਆਈਆਂ ਤੇ ਰਲ ਕੀੜੀ ਹੋਈਏ। ਅਸੀਂ ਅਗਰ ਹੋਵਣ ਤੇ ਆ ਗਏ ਆ ਨਾ, ਤੇ ਹੁਣ ਸਾਡਾ ਕੰਮ ਹੈ ਕਿ ਕੀੜੀ ਹੋ ਜਾਈਏ। ਕੀੜੀ ਹਾਥੀ ਨੂੰ ਮਾਰ ਸਕਦੀ ਹੈ ਜੇ ਉਹਨੂੰ ਆਪਣੀ ਤਾਕਤ ਦਾ ਅੰਦਾਜ਼ਾ ਹੋਵੇ। ਸਾਡੀ ਰਾਤ ਸਵੇਰ ਅੜਿਓ, ਕੀ ਕਹਿੰਦੀ ਹੈ, ਸਾਡੀ ਜਿਹੜੀ ਰਾਤ ਹੈ ਨਾ, ਇਹ ਕੀ ਸਾਡਾ ਸਵੇਰਾ ਹੈ। ਅੰਦਰ ਬਾਹਰ ਚੋਰ ਦਾ ਪਾਰਾ, ਤੇਰ ਨੇ ਤਾੜੇ ਮੇਰ ਨੇ ਮਾਰੇ, ਕੀ ਬਗਲੇ ਕੀ ਸ਼ੇਰ ਅੜਿਓ, ਹੋਵਣ ਆਈਆਂ ਤੇ ਰਲ ਕੀੜੀ ਹੋਈਏ। ਅਸਾਂ ਹੀ ਆਵਣਾ ਫੇਰ ਅੜਿਓ, ਲੋੜ ਹੈ ਸਾਂਝੀ ਰਾਹ ਸਵਾਰਾ, ਨੱਥ ਨਹੀਂ ਚਲਣੀ ਰੱਥ ਨਹੀਂ ਮਲਣੀ, ਮੁਖ ਦੀ ਛੋ ਹੈ ਢੇਰ ਅੜਿਓ, ਹੋਵਣ ਆਈਆਂ ਤੇ ਰਲ ਕੀੜੀ ਹੋਈਏ। ਲਫ਼ਜ਼ ਥੋੜੇ ਬਹੁਤ ਮੁਸ਼ਕਿਲ ਹੋਣਗੇ ਤੁਹਾਡੇ ਲਈ, ਤੁਸੀਂ ਪਹਿਲੀ ਵਾਰੀ ਸੁਣੀ ਹੈ, ਸੋ ਇਹਨੂੰ ਐਕਸਪਲੇਨ ਥੋੜਾ ਜਿਹਾ ਕਰਨ ਦੀ ਕੋਸ਼ਿਸ਼ ਕਰਨੇ ਆ। ਕਿ ਉਹ ਕਹਿੰਦੀਆਂ ਨੇ ਕਿ ਅਗਰ ਅਸੀਂ, ਹੋਵਣ ਦਾ ਮਤਲਬ ਹੈ ਕਿ ਅਸੀਂ ਆਪਣੀ ਹਸਤੀ, ਆਪਣੇ ਵਜੂਦ, ਆਪਣੀ ਹੋਂਦ ਨੂੰ ਸਮਝ ਲਿਆ ਹੈ, ਆਪਣੇ ਜੀਵਨ ਦਾ ਮਕਸਦ ਸਾਨੂੰ ਪਤਾ ਲੱਗ ਗਿਆ। ਇਹ ਵੇ ਸਾਡਾ ਹੋਵਣ। ਪੈਦਾ ਹੋਣ ਦਾ ਮਤਲਬ ਹੋਵਣ ਨਹੀਂ ਹੈ। ਪੈਦਾ ਤੇ ਜਨੌਰ ਵੀ ਹੁੰਦੇ ਨੇ। ਹੁੰਦਾ ਉਹ ਵੇ ਜੋ ਸੱਚ ਕਰਨੀ ਕਰਦਾ, ਜੋ ਪ੍ਰੈਕਟਿਸ ਕਰਦਾ ਹੈ, ਜੋ ਅਮਲ ਕਰਦਾ ਹੈ, ਜੋ ਐਕਸ਼ਨ ਕਰਦਾ ਹੈ, ਉਹ ਹੁੰਦਾ ਹੈ। ਜੋ ਅਮਲ ਨਹੀਂ ਕਰਦਾ, ਜੋ ਐਕਸ਼ਨ ਨਹੀਂ ਕਰਦਾ, ਜੋ ਕੋਸ਼ਿਸ਼ ਨਹੀਂ ਕਰਦਾ, ਜੋ ਕਿਸੇ ਨਵੀਂ ਚੀਜ਼ ਨੂੰ ਬਣਾਉਂਦਾ ਨਹੀਂ, ਜਾਂ ਕਿਸੇ ਪੁਰਾਣੇ ਗਲਤ ਬਣੇ ਨੂੰ ਢਾਉਂਦਾ ਨਹੀਂ, ਉਹ ਹੁੰਦਾ ਨਹੀਂ। ਤੋ ਹੋਵਣ ਬੜਾ ਇੰਪੋਰਟੈਂਟ ਲਫ਼ਜ਼ ਹੈ। ਤੇ ਉਹ ਕਹਿ ਰਹੀਆਂ ਨੇ ਕਿ ਜੇ ਅਸੀਂ ਹੋਵਣ ਤੇ ਆ ਗਏ ਆ ਨਾ, ਤੇ ਫਿਰ ਹੁਣ ਅਸੀਂ ਕੀ ਹੋਣਾ ਹੈ? ਅਸੀਂ ਕੀੜੀ ਹੋਣਾ। ਔਰਤ ਵੀ ਕੀੜੀ ਹੈ, ਕੀਟੀ, ਬਰੀਕ ਨਿਮਾਣੀ, ਪਤਾ ਹੀ ਨਹੀਂ ਬਈ ਹੈ। ਉਹਦੀ ਹਸਤੀ ਦਾ ਮੌਜੂਦ ਹੋਣ ਹੈ ਜਿਹੜਾ, ਉਹ ਸਵਾਲ ਹੀ ਰਹਿੰਦਾ ਹੈ। ਉਹ ਜਿੱਡਾ ਵੱਡਾ ਮਰਜ਼ੀ ਵਜੂਦ, ਉਹਦਾ ਡਿਗਰੀ, ਧਨ ਮਾਲ ਲੈ ਕੇ ਬੈਠੀ ਹੋਵੇ, ਉਹ ਫੇਰ ਵੀ ਹੈ ਨਹੀਂ। ਕਿਉਂ? ਕਿਉਂਕਿ ਉਹ ਆਪ ਹੁੰਦੀ ਨਹੀਂ। ਔਰ ਜਿਨ੍ਹਾਂ ਚੀਜ਼ਾਂ ਦੇ ਸਿਰ ਤੇ ਉਹ ਆਪਣੇ ਆਪ ਦਾ ਹੋਵਣ ਮੰਨ ਰਹੀ ਹੈ, ਉਹ ਤੇ ਚੀਜ਼ਾਂ ਆਰਜ਼ੀ ਨੇ, ਉਹ ਤੇ ਐਸੇ ਸਿਸਟਮ ਦੀਆਂ ਬਣਾਈਆਂ। ਅਗਰ ਅਸੀਂ ਸਿਸਟਮ ਦਾ ਦਰਜਾ, ਸਿਸਟਮ ਦੀ ਡਿਗਰੀ, ਸਿਸਟਮ ਦਾ ਪੈਸਾ ਲੈ ਕੇ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਹੈ ਵਾਂ, ਤੇ ਅਸੀਂ ਨਹੀਂ ਹਾਂ। ਅਸੀਂ ਹੋਵਾਂਗੇ ਉਦੋਂ ਜਦੋਂ ਸਾਨੂੰ ਇਹ ਯਕੀਨ ਹੋਵੇਗਾ ਕਿ ਸਾਨੂੰ ਜਿਸ ਕੁਦਰਤ ਨੇ ਬਣਾਇਆ ਹੈ, ਉਸ ਅੱਗ, ਵਾ, ਮਿੱਟੀ ਔਰ ਪਾਣੀ ਦੇ ਵਿੱਚ ਤਾਕਤ ਹੈ, ਢਾਵਣ ਦੀ, ਸਾੜਨ ਦੀ, ਰੋੜ ਖੜਨ ਦੀ, ਜੜੋਂ ਉਖਾੜਨ ਦੀ। ਫਿਰ ਸਾਡਾ ਹੋਵਣ ਹੋਵਣ ਹੈ, ਨਹੀਂ ਤੇ ਸਾਡਾ ਹੋਵਣ ਹੋਵਣ ਨਹੀਂ ਹੈ। ਸਾਡੀ ਰਾਤ ਸਵੇਰ ਅੜਿਓ। ਰਾਤ ਹੈ ਜਿਹੜੀ, ਉਹ ਸਾਡੇ ਪੰਜਾਬੀ ਲਿਟਰੇਚਰ ਦੇ ਵਿੱਚ ਇਕਾਈ ਲਈ ਵਰਤੀ ਜਾਂਦੀ ਔਰ ਖੇਡ ਲਈ। ਦਿਨ ਹੈ ਜਿਹੜਾ, ਉਹਦੇ ਵਿੱਚ ਅਸੀਂ ਸਾਰਾ ਦਿਨ ਕੰਮ ਕਰਨਾ ਹੈ, ਨੌਕਰੀਆਂ, ਜ਼ਿੰਮੇਦਾਰੀਆਂ, ਸਭ ਕੁਝ। ਪਰ ਰਾਤ ਹੈ ਜਿਹੜੀ, ਉਹ ਸਾਡੀ ਆਪਣੀ ਹੁੰਦੀ। ਰਾਤ ਵਿੱਚ ਅਸੀਂ ਸਕੂਨ ਕਰਨੇ ਆ, ਅਸੀਂ ਸੋਚਨੇ ਆ, ਅਸੀਂ ਆਪਣੇ ਆਪ ਨੂੰ ਮਿਲਨੇ ਆ। ਔਰ ਹਨੇਰੇ ਦੇ ਵਿੱਚ ਦਿਨ ਦੇ ਸਾਰੇ ਖਿਲਰਵੇਂ ਰੰਗ ਇੱਕ ਰੰਗ ਹੋ ਜਾਂਦੇ, ਤੇ ਕੁਦਰਤ ਇੱਕ ਰੰਗੀ ਹੈ। ਕੁਦਰਤ ਦਾ ਰੰਗ ਹੈ ਜਿਹੜਾ, ਉਹ ਇਕਾਈ ਦਾ ਹੈ। ਤੇ ਉਹ ਕਹਿ ਰਹੀਆਂ ਨੇ ਕਿ ਸਾਡੀ ਰਾਤ ਸਵੇਰ ਅੜਿਓ। ਜਿਹੜੀ ਰਾਤ ਹੈ ਨਾ ਸਾਡੀ, ਸਾਡੇ ਕੋਲ ਰਾਤ ਹੈ, ਇਹ ਰਾਤ ਹੀ ਸਾਡੀ ਸਵੇਰ ਹੈ। ਸਾਡਾ ਸਵੇਰਾ ਉਹ ਨਹੀਂ ਹੈ ਜਿਹੜਾ ਸੂਰਜ ਨਿਕਲਦਾ ਹੈ। ਸੂਰਜ ਤੇ ਨਿਕਲਦਾ ਇਹਨਾਂ ਵਾਸਤੇ ਜਿਨ੍ਹਾਂ ਨੇ ਧਨ ਕਮਾਉਣਾ ਹੈ, ਜਿਨ੍ਹਾਂ ਨੇ ਲੇਬਰ ਕਰਨੀ ਹੈ,
ਉਹ ਤੇ ਕਹਿੰਦੇ ਨੇ ਸੂਰਜ ਨਿਕਲੇ ਹੀ ਨਾ ਫਿਰ, ਔਰ ਲੇਬਰ ਵੀ ਬਗੈਰ ਮੁਆਵਜ਼ੇ ਦੇ। ਅੰਦਰ ਬਾਹਰ ਚੋਰ ਦਾ ਪਾਰਾ ਹਰ ਵੇਲੇ ਧੜਕਾ ਹੈ। ਅਸੀਂ ਘਰ ਦੇ ਅੰਦਰ ਆ ਜਾਂ ਘਰ ਦੇ ਬਾਹਰ ਆ, ਸਾਡੀ ਹਸਤੀ ਦਾ ਬਾਹਰ ਹੈ ਜਾਂ ਅੰਦਰ ਹੈ, ਅਸੀਂ ਹਰ ਵੇਲੇ ਡਰੇ ਔਰ ਸਹਿਮੇ ਹੋਏ। ਔਰ ਉਹ ਡਰ ਔਰ ਸਹਿਮ ਹੈ ਜਿਹੜਾ ਉਹ ਕਿਸ ਚੀਜ਼ ਦਾ ਹੈ? ਤੇਰ ਦਾ। ਤੂੰ ਦੁਈ ਹੈ, ਡੁਐਲਿਟੀ ਹੈ, ਦੂਜ ਹੈ। ਯਾਨੀ ਇਹ ਮੇਰਾ ਘਰ ਹੈ, ਇਹ ਤੇਰਾ ਘਰ ਹੈ, ਇਹ ਮੇਰੀ ਗੱਲ ਹੈ, ਇਹ ਤੇਰੀ ਗੱਲ ਹੈ। ਸੋ ਆ ਗਿਆ ਨਾ, ਇਹੀ ਤੇਰ ਮੇਰ ਹੈ। ਹਾਲਾਂਕਿ ਸਾਡੀ ਸਭ ਦੀ ਗੱਲ ਇੱਕੋ ਹੈ। ਸਾਨੂੰ ਨਹੀਂ ਲੱਗਦਾ ਅਸੀਂ ਹੁਣ ਤੱਕ ਜਿੰਨੀਆਂ ਗੱਲਾਂ ਕੀਤੀਆਂ ਨੇ ਇਹਦੇ ਚੋਂ ਕੋਈ ਐਸੀ ਗੱਲ ਹੋਵੇ ਜਿਹੜੀ ਸਾਡੇ ਚੋਂ ਕਿਸੇ ਔਰਤ ਨੇ ਐਕਸਪੀਰੀਅੰਸ ਨਹੀਂ ਕੀਤੀ। ਅਸੀਂ ਸਭ ਨੇ ਕੀਤੀਆਂ ਨੇ, ਕਿਸੇ ਨਾ ਕਿਸੇ ਸ਼ਕਲ, ਕਿਸੇ ਨਾ ਕਿਸੇ ਰੰਗ ਦੇ ਵਿੱਚ ਅਸੀਂ ਉਸ ਦੁੱਖ ਨੂੰ ਭੋਗਿਆ ਹੈ, ਭਾਵੇਂ ਥੋੜਾ ਭਾਵੇਂ ਬਹੁਤਾ। ਤੇ ਉਹ ਜੋ ਮੇਰ ਤੇਰ ਹੈ ਨਾ, ਉਹ ਤਾੜਦੀ ਹੈ। ਤਾੜਨਾ ਹੈ ਕੈਦ ਕਰਨਾ। ਤੇਰ ਨੇ ਤਾੜੇ, ਮੇਰ ਨੇ ਮਾਰੇ। ਮੇਰ ਮੈਂ। ਜਦੋਂ ਅਸੀਂ ਤੂੰ ਦੇ ਪਿੱਛੇ ਲੱਗ ਜਾਂਦੇ ਆ ਨਾ, ਤੇਰ ਔਰ ਮੇਰ ਦੇ ਰੌਲੇ 'ਚ ਪੈ ਜਾਂਦੇ, ਫਿਰ ਅਸੀਂ ਆਪਣੀ ਜ਼ਾਤ ਦੇ ਅੰਦਰ ਕੈਦ ਵੀ ਹੁੰਨੇ ਆ, ਔਰ ਫਿਰ ਸਾਡੀ ਮੈਂ ਹੀ ਸਾਡੀ ਮੌਤ ਬਣਦੀ। ਅਗਰ ਅਸੀਂ ਇੱਥੇ ਰਲ ਕੇ ਆਪਣੇ ਦੁੱਖ ਸੁੱਖ ਸਾਰੇ ਵਿਚਕਾਰ ਰੱਖ ਕੇ ਦਿਲ ਹੌਲਾ ਕਰ ਲੈਂਦੇ ਆ, ਤੇ ਇਹਦੇ 'ਚ ਹਰਜ ਕੀ ਹੈ? ਕੀ ਉਹਲਾ ਲੱਗ ਜਾਏਗਾ? ਉਹ ਬਨਾਵਟੀ ਹੌਲ ਜਿਹੜਾ ਅਸੀਂ ਚੜਾਇਆ ਹੋਇਆ ਏ ਕਿ ਜੀ ਮੈਂ ਤੇ ਬਹੁਤ ਖੁਸ਼ ਹਾਂ, ਮੈਂ ਤੇ ਬਹੁਤ ਅੱਛੀ ਹਾਂ, ਮੇਰੇ ਤੇ ਹਸਬੈਂਡ ਬਹੁਤ ਅੱਛੇ ਨੇ, ਮੇਰੀ ਬਹੁਤ ਕੇਅਰ ਕਰਦੇ ਨੇ, ਸ਼ੁਕਰ ਹੈ ਅੱਲਾ ਦਾ, ਅੱਲਾ ਨੇ ਔਲਾਦ ਦਿੱਤੀ ਹੋਈ ਹੈ, ਘਰ ਆਪਣਾ ਹੈ। ਟਿਪੀਕਲ ਗੱਲਾਂ ਜਿਹੜੀਆਂ ਔਰਤਾਂ ਕਰਦੀਆਂ ਨੇ। 15 ਮਿੰਟ ਦੀ ਮੀਟਿੰਗ ਤੋਂ ਬਾਅਦ ਵੱਖਰਾ ਜ਼ਰਾ ਜਿੰਨਾ ਕਿਸੇ ਇੱਕ ਨੂੰ ਛੇੜ ਕੇ ਦੇਖ ਲਓ, ਉਹਨੇ ਕਹਿਣਾ ਅੱਗ ਲੱਗੇ ਸਾਰੀਆਂ ਚੀਜ਼ਾਂ ਨੂੰ। ਮੈਂ ਕਹਿੰਦੀ ਹਾਂ ਕਿਹੜਾ ਵੇਲਾ ਸੀ ਜਦੋਂ ਮੈਂ ਜੰਮੀ। ਅਲਟੀਮੇਟ ਇਹ ਹੁੰਦਾ, ਅਸੀਂ ਸਿਰਫ ਪਰਦਾ ਰੱਖਿਆ ਹੋਇਆ, ਔਰ ਉਹ ਪਰਦਾ ਅਸੀਂ ਲਾਂਘਦੇ ਨਹੀਂ ਆ। ਇਹੀ ਤੇਰ ਮੇਰ ਹੈ। ਅੰਦਰ ਤੇ ਸਾਡਾ ਸਭ ਦਾ ਇੱਕੋ ਜਿਹਾ ਹੈ, ਸਾਵਾਂ ਬਰਾਬਰ, ਕੋਈ ਫਰਕ ਨਹੀਂ ਹੈ। ਸਾਡੇ ਦੁੱਖ ਇੱਕੋ ਜਿਹੇ ਨੇ, ਸਾਡੀਆਂ ਲੋੜਾਂ ਇੱਕੋ ਜਿਹੀਆਂ। ਉਹ ਕਹਿ ਰਹੇ ਕਿ ਤੇਰ ਨੇ ਤਾੜੇ, ਮੇਰ ਨੇ ਮਾਰੇ, ਕੀ ਬਗਲੇ ਕੀ ਸ਼ੇਰ ਅੜਿਓ। ਹੁਣ ਬਗਲਾ ਪਰਿੰਦਾ ਹੈ, ਔਰ ਸ਼ੇਰ ਹੈ ਜਿਹੜਾ ਉਹ ਖੂਨਖਾਰ ਜਾਨਵਰ ਹੈ। ਇੱਕ ਹਵਾ 'ਚ ਉੱਡਣ ਵਾਲਾ, ਇੱਕ ਜ਼ਮੀਨ ਤੇ ਟੁਰਨ ਵਾਲਾ, ਔਰ ਤਾਕਤਵਰ ਨੇ। ਮਾਰਦਾ ਕੌਣ ਹੈ ਇਹਨਾਂ ਨੂੰ? ਤੇਰ ਔਰ ਮੇਰ ਮਾਰਦੀ। ਐਡੀ ਵੱਡੀ ਮਜ਼ਬੂਤ ਚੀਜ਼ ਨੂੰ ਜੇ ਤੇਰ ਔਰ ਮੇਰ ਮਾਰ ਸਕਦੀ ਹੈ, ਹਵਾ 'ਚ ਉੱਡਣ ਵਾਲੇ ਨੂੰ ਜੇ ਤੇਰ ਔਰ ਮੇਰ ਮਾਰ ਸਕਦੀ ਹੈ, ਕਿਉਂਕਿ ਬਗਲੇ 'ਚ ਲਾਲਚ ਹੁੰਦਾ। ਉਹ ਪਾਣੀ ਦੇ ਕੰਢੇ ਬੈਠਾ ਰਹਿੰਦਾ, ਚੁੱਪ ਸਾਧ ਕੇ, ਲੱਗਦਾ ਕੋਈ ਦਰਵੇਸ਼ ਹੈ, ਵੇਖਦਾ ਰਹਿੰਦਾ, ਧਿਆਨ ਰੱਖਦਾ ਮੱਛੀ ਆਈ ਕਿ ਨਹੀਂ ਆਈ। ਜਿਸ ਤਰ੍ਹਾਂ ਹੀ ਮੱਛੀ ਆਈ, ਫਟਾਫਟ ਝਪੱਟੀ, ਤੇ ਫਿਰ ਉਹ ਕਿਸੇ ਵੇਲੇ ਝਪੱਟਾ ਉਹਦੇ ਤੇ ਵੀ ਪੈ ਜਾਂਦਾ ਹੁੰਦਾ। ਤੇਰ ਨੇ ਤਾੜੇ, ਮੇਰ ਨੇ ਮਾਰੇ, ਕੀ ਬਗਲੇ ਕੀ ਸ਼ੇਰ ਅੜਿਓ। ਹੋਵਣ ਆਈਆਂ ਤੇ ਰਲ ਕੀੜੀ ਹੋਈਏ, ਅਸਾਂ ਹੀ ਆਵਣਾ ਫੇਰ ਅੜਿਓ। ਫੇਰ ਕਿੰਨੇ ਆਉਣਾ? ਅਸਾਂ ਹੀ ਆਉਣਾ। ਅਸੀਂ ਪੜ੍ਹਦੇ ਸਾਂ, ਉਦੋਂ ਸਟੂਡੈਂਟ ਸਾਂ, ਤੇ ਇੱਕ ਦਫਾ ਸਾਡੀ ਦੋਸਤ ਨੇ, ਉਹਨਾਂ ਦੇ ਨਾਲ ਗੱਲ ਹੋ ਰਹੀ ਸੀ। ਉਹ ਵੈਸੇ ਵੀ ਪੇਸ਼ੇ ਤੋਂ ਵਕੀਲ ਨੇ, ਤੇ ਉਹਨਾਂ ਦੀ ਬਹਿਸ ਦਾ ਮੁਕਾਬਲਾ ਤੇ ਨਹੀਂ ਹੋ ਸਕਦਾ, ਲੇਕਿਨ ਉਹਨਾਂ ਨੇ ਬਹਿਸ ਸ਼ੁਰੂ ਕਰ ਲਈ ਕਿ ਜੀ ਮਰਦ ਜ਼ਰੂਰੀ ਹੈ ਦੁਨੀਆ ਵਿੱਚ ਜਾਂ ਔਰਤ। ਅਸੀਂ ਕਿਹਾ ਨਹੀਂ ਨਹੀਂ, ਦੋਨੋਂ ਜ਼ਰੂਰੀ ਨੇ। ਉਹਨੇ ਕਿਹਾ ਨਹੀਂ, ਅਗਰ ਇਸ ਵਕਤ ਤੁਸੀਂ ਦੁਨੀਆ ਦੇ ਸਾਰੇ ਮਰਦ ਮਾਰ ਦਿਓ ਨਾ, ਦੁਨੀਆ ਫੇਰ ਵੀ ਚੱਲਦੀ ਰਹੇ। ਅਸੀਂ ਕਿਹਾ ਨਹੀਂ ਨਹੀਂ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਤੇ ਉਹਨੇ ਕਿਹਾ ਹਾਂ, ਅਗਰ ਤੁਸੀਂ ਸਾਰੀਆਂ ਔਰਤਾਂ ਮਾਰ ਦਿਓ ਤੇ ਦੁਨੀਆ ਕੁਝ ਸਾਲਾਂ ਬਾਅਦ ਖਤਮ ਹੋ ਜਾਏਗੀ। ਸਾਨੂੰ ਉਹਦੀ ਗੱਲ ਦੀ ਸਮਝ ਨਹੀਂ ਆਈ। ਕਾਫੀ ਦੇਰ ਬਹਿਸ ਹੋਈ ਤੇ ਉਹਦੇ ਬਾਅਦ ਉਹਨੇ ਕਿਹਾ ਮੇਰੀ ਗੱਲ ਸੁਣ, ਅਗਰ ਮਰਦ ਸਾਰੇ ਜਿਹੜੇ ਇਸ ਵਕਤ ਮੌਜੂਦ ਨੇ ਉਹ ਮਾਰ ਦਿਆਂਗੇ ਨਾ, ਇਹ ਦੁਨੀਆ ਬਿਲਕੁਲ ਪਾਕ ਸਾਫ਼ ਹੋ ਜਾਣੀ। ਪਿੱਛੇ ਜਿਹੜੀਆਂ ਔਰਤਾਂ ਰਹਿ ਜਾਣਗੀਆਂ ਨਾ, ਉਹਨਾਂ ਚ ਉਹਦੀਆਂ ਤੇ ਪ੍ਰੈਗਨੈਂਟ ਹੋਣੀਆਂ ਨੇ, ਨਵੇਂ ਬੰਦੇ ਜੰਮ ਪੈਣੇ ਨੇ, ਫਿਰ ਦੁਨੀਆ ਫਿਰ ਚੱਲ ਪੈਣੀ। ਸੋ ਤੁਸੀਂ ਦੇਖੋ ਕਿ ਦੇਖਣ ਦਾ ਸਾਡਾ ਅੰਦਾਜ਼। ਮੈਂ ਕਹਿ ਰਹੀ ਹਾਂ ਕਿ ਨਹੀਂ, ਦੁਨੀਆ ਖਤਮ ਹੋ ਜਾਏਗੀ, ਦੋਨਾਂ ਦਾ ਹੋਣਾ ਜ਼ਰੂਰੀ। ਉਹ ਕਹਿ ਰਹੀ ਹੈ ਨਹੀਂ, ਅਗਰ ਸਾਫ਼ ਕਰਨਾ ਹੈ ਨਾ, ਫਿਰ ਇੱਕ ਦਫਾ ਪੂਰੀ ਸਫਾਈ ਹੋਣੀ ਜ਼ਰੂਰੀ ਹੈ। ਫਿਰ ਜਿਹੜੀ ਨਵੀਂ ਜਨਰੇਸ਼ਨ ਬਣੇਗੀ, ਉਹਦੀ ਨਵੀਂ ਟ੍ਰੇਨਿੰਗ ਕੀਤੀ ਜਾਏ, ਉਹਨੂੰ ਸਹੀ ਇਨਸਾਨ ਬਣਾਇਆ ਜਾਏ,
ਫਿਰ ਦੁਨੀਆ ਚੱਲ ਸਕਦੀ। ਤੇ ਔਰਤ ਨੂੰ ਆਪਣੇ ਹੋਣ ਦਾ ਇੰਨਾ ਯਕੀਨ ਹੋਵੇ ਕਿ ਅਸਾਂ ਹੀ ਆਉਣਾ ਫੇਰ ਅੜਿਓ, ਸਾਨੂੰ ਆਪਣੇ ਹੋਣ ਦਾ ਪੱਕ ਨਹੀਂ ਹੈ, ਤਾਂ ਅਸੀਂ ਡਰਨੇ ਆ। ਕੀੜੀਆਂ ਨਹੀਂ ਡਰਦੀਆਂ, ਉਹ ਕੀੜੀ ਵਾਪਸ ਆ ਗਈ ਨਾ, ਉਹਨੇ ਕਿਹਾ ਤੂੰ ਮੈਨੂੰ ਖਾਣਾ ਸੀ, ਲੈ ਮੈਨੂੰ ਖਾ ਲੈ। ਅਸੀਂ ਕਿਸੇ ਨੂੰ ਪਿੱਛੇ ਕਰਕੇ ਆਪਣੀ ਕੁਰਬਾਨੀ ਕਦੀ ਵੀ ਨਹੀਂ ਦਿੰਦੇ, ਪਰ ਕੀੜੀ ਹੋਵਣ ਹੈ। ਲੋੜ ਹੈ ਸਾਂਝੀ ਰਾਹ ਸਵਾਰਾ, ਸਾਂਝੀ ਹੈ ਜੋ ਸਭ ਦੀ ਬਰਾਬਰ ਹੈ, ਜੋ ਸਭ ਦੀ ਇੱਕ ਹੈ, ਜਿਹਦੇ ਚ ਕੋਈ ਫਰਕ ਨਹੀਂ। ਸੌਰੀ ਜੀ, ਸੌਰੀ। ਤੇ ਲੋੜ ਹੈ ਸਾਂਝੀ ਰਾਹ ਸਵਾਰਾ, ਲੋੜ ਜ਼ਰੂਰਤ ਹੈ, ਨੀਡ। ਸਾਨੂੰ ਕਿਸ ਚੀਜ਼ ਦੀ ਲੋੜ ਹੈ? ਸਾਡੀ ਸਭ ਦੀ ਲੋੜ, ਬੁਨਿਆਦੀ ਲੋੜ ਹੈ ਜਿਹੜੀ ਉਹ ਰੋਟੀ ਹੈ। ਉਹਦੇ ਬਗੈਰ ਅਸੀਂ ਜ਼ਿੰਦਾ ਨਹੀਂ ਰਹਿ ਸਕਦੇ। ਦੂਜੀ ਲੋੜ ਸਾਡੀ ਕੱਪੜਾ ਹੈ, ਤੀਜੀ ਸਿਰ ਦੇ ਉੱਤੇ ਛੱਤ। ਇਹ ਸਾਡੀ ਸਭ ਦੀ ਲੋੜ ਹੈ, ਔਰ ਇਸ ਲੋੜ ਨੂੰ ਪੂਰਾ ਕਰਨ ਦਾ ਜਿਹੜਾ ਰਾਹ ਹੈ ਉਹ ਸਵਾਰਾ ਹੈ, ਸਿੱਧਾ ਹੈ, ਉਹ ਕੋਈ ਮੁਸ਼ਕਿਲ ਨਹੀਂ ਹੈ। ਅਸੀਂ ਉਹਨੂੰ ਮੁਸ਼ਕਿਲ ਬਣਾ ਲਿਆ ਜਦੋਂ ਅਸੀਂ ਰੋਟੀ ਨਹੀਂ ਖਾਣੀ, ਰੋਟੀ ਦੀ ਥਾਂ ਤੇ ਅਸੀਂ ਕੋਈ 1000 ਬੇਕਰੀ ਦੀਆਂ ਚੀਜ਼ਾਂ ਖਾ ਲੈਣੀਆਂ। ਜਦੋਂ ਅਸੀਂ ਖਾਲੀ ਕੱਪੜਾ ਨਹੀਂ ਪਾਣਾ, ਬਲਕਿ ਕੱਪੜੇ ਦੀ ਜਗ੍ਹਾ ਤੇ ਅਸੀਂ ਬ੍ਰਾਂਡਸ ਔਰ ਨਿਤ ਨਵਾਂ ਰੰਗ ਔਰ ਨਿਤ ਨਵੀਂ ਚੀਜ਼ ਇਕੱਠੀ ਕਰਨੀ ਹੈ ਕਿ ਅਲਮਾਰੀ 'ਚ ਥਾਂ ਨਾ ਰਵੇ। ਰਹਿਣ ਲਈ ਸਾਨੂੰ ਛੱਤ ਚਾਹੀਦੀ ਹੈ, ਪਰ ਅਸੀਂ ਜਦੋਂ ਉਸ ਛੱਤ ਨੂੰ ਕਨਾਲਾਂ ਦੇ ਵਿੱਚ ਔਰ ਏਕੜਾਂ ਦੇ ਵਿੱਚ ਫੈਲਾ ਲੈਣਾ ਹੈ ਤੇ ਅਸੀਂ ਦੂਜਿਆਂ ਵਾਸਤੇ ਧੂੜ ਪੈਦਾ ਕਰ ਰਹੇ ਹਾਂ। ਸਾਂਝੀ ਲੋੜ ਔਰ ਸਵਾਰਾ ਰਾਹ ਹੈ ਨਾ ਜਿਹੜਾ, ਉਹ ਅਸੀਂ ਖਰਾਬ ਕਰਨੇ ਆ ਤੇਰ ਔਰ ਮੇਰ ਦੀ ਵਜ੍ਹਾ ਤੋਂ। ਨੱਥ ਨਹੀਂ ਚੱਲਣੀ, ਨੱਥ ਜਿਹੜੀ ਉਹ ਨਕੇਲ ਹੈ। ਇਹ ਵਿਆਹ ਤੇ ਵੀ ਜੋ ਸਾਡਾ ਇੱਕ ਬੜਾ ਖੂਬਸੂਰਤ ਜ਼ੇਵਰ ਕਰਕੇ ਜਿਹਨੂੰ ਅਸੀਂ ਹੁਣ ਪਾਉਂਦੇ ਆ, ਔਰ ਬੜਾ ਉਹਦੇ ਬਾਰੇ ਕੌਨਸ਼ੀਅਸ ਹੋਨੇ ਆ ਕਿ ਨੱਥ ਇੰਜ ਦੀ ਹੋਵੇ ਤੇ ਟਿੱਕਾ ਇੰਜ ਦਾ ਹੋਵੇ। ਉਹ ਸਾਰੇ ਸਾਡੇ ਗੁਲਾਮੀ ਦੇ ਜਿਹੜੇ ਨਿਸ਼ਾਨ ਸਨ, ਜਿਨ੍ਹਾਂ ਨਾਲ ਅਸੀਂ ਡੰਗਰਾਂ ਨੂੰ, ਪਸ਼ੂਆਂ ਨੂੰ ਬੰਨਿਆ ਹੋਇਆ, ਨਕੇਲਾਂ ਪਾ ਕੇ ਤੇ ਜ਼ੰਜੀਰਾਂ ਪਾ ਕੇ ਔਰ ਹੱਥਕੜੀਆਂ ਲਾ ਕੇ, ਉਹ ਅਸੀਂ ਹੁਣ ਬਿਊਟੀ ਦੀਆਂ ਚੀਜ਼ਾਂ ਬਣਾ ਲਈਆਂ। ਉਸੇ ਦੇ ਵਿੱਚ ਹੀ ਔਰਤ ਘੁੰਮਦੀ ਹੈ ਪਈ। ਉਹ ਕਹਿ ਰਹੀ ਹੈ ਨੱਥ ਨਹੀਂ ਚੱਲਣੀ, ਅਸੀਂ ਨਕੇਲ ਨਹੀਂ ਪੈਣ ਦੇਣੀ ਆਪਣੇ ਅੰਦਰ। ਸਾਨੂੰ ਖੁਦ ਪਤਾ ਹੋਣਾ ਚਾਹੀਦਾ ਕਿ ਅਸੀਂ ਕੌਣ ਆ, ਕੀ ਆ, ਕਿਉਂ ਆ ਔਰ ਅਸੀਂ ਕੀ ਕਰਨਾ ਹੈ। ਰੱਥ ਨਹੀਂ ਮਲਣੀ। ਦੂਜਾ ਕੰਮ ਅਸੀਂ ਕੀ ਕਰਨੇ ਆ, ਜਾਂ ਤੇ ਅਸੀਂ ਗੁਲਾਮ ਬਣ ਜਾਂਦੇ ਆ ਜਾਂ ਅਸੀਂ ਹਾਕਮ ਬਣ ਜਾਂਦੇ। ਰੱਥ ਹੈ ਜਿਹੜਾ ਸ਼ਾਹੀ ਸਵਾਰੀ ਏ, ਉਹਦੇ ਉੱਤੇ ਬਾਦਸ਼ਾਹ ਬਹਿੰਦੇ ਨੇ। ਸੋ ਜ਼ਿੰਦਗੀ ਵਿੱਚ ਦੋ ਚੀਜ਼ਾਂ ਨੇ, ਇੱਕ ਤੇਰ ਔਰ ਮੇਰ ਹੈ ਤੇ ਦੂਸਰੇ ਜਾਂ ਗੁਲਾਮੀ ਹੈ ਜਾਂ ਹਾਕਮੀ ਹੈ। ਬਰਾਬਰੀ ਕਿਉਂ ਨਹੀਂ ਹੈ? ਨੱਥ ਨਹੀਂ ਚੱਲਣੀ, ਰੱਥ ਨਹੀਂ ਮਲਣੀ, ਮੁਖ ਦੀ ਛੋ ਹੈ ਢੇਰ ਅੜਿਓ। ਕੀੜੀਆਂ ਦੇਖੋ ਜਾ ਰਹੀਆਂ ਹੁੰਦੀਆਂ ਨੇ ਨਾ, ਤੇ ਹਰ ਕੀੜੀ ਖਲੋ ਕੇ ਦੂਜੀ ਨੂੰ ਪਿਆਰ ਕਰਦੀ ਹੈ, ਫਿਰ ਅੱਗੇ ਜਾਂਦੀ ਹੈ। ਹਰ ਕੀੜੀ ਖਲੋਂਦੀ ਏ, ਉਹਦਾ ਮੂੰਹ ਚੁੰਮਦੀ ਹੈ, ਫਿਰ ਅੱਗੇ ਜਾਂਦੀ ਹੈ। ਉਹ ਆਪਣੇ ਕੰਮ ਦੇ ਵਿੱਚੋਂ ਵੇਲ ਕੱਢਦੀਆਂ ਨੇ ਮਿਲਣ ਦੀ, ਪਿਆਰ ਕਰਨ ਦੀ। ਭਾਵੇਂ ਕੰਮ ਕਰਦੀਆਂ ਕਰਦੀਆਂ ਇੱਕ ਦੂਜੇ ਨੂੰ ਮਿਲ ਜਾਂਦੀਆਂ ਨੇ, ਪਰ ਮਿਲਦੀਆਂ ਜ਼ਰੂਰ ਨੇ। ਦੂਜੇ ਵੱਖਰੇ ਘਰ ਨਹੀਂ ਬਣਾਉਂਦੀਆਂ, ਇਕੱਠੀਆਂ ਇੱਕ ਭੌਣ ਵਿੱਚ ਰਹਿੰਦੀਆਂ ਨੇ, ਇੱਕ ਘਰ ਬਣਾਉਂਦੀਆਂ ਨੇ, ਉਹਦੇ ਵਿੱਚ ਸਾਰੀਆਂ ਰਹਿੰਦੀਆਂ। ਕੰਮ ਸਭ ਨੇ ਕਰਨਾ, ਅਨਾਜ ਰਿਜ਼ਮ ਰਵਾਲ ਸਭ ਨੇ ਇਕੱਠਾ ਕਰਨਾ ਔਰ ਇੱਕੋ ਜਗ੍ਹਾ ਤੇ ਰੱਖਣਾ, ਵੱਖਰਾ ਵੱਖਰਾ ਸਟੋਰ ਨਹੀਂ ਭਰਨਾ। ਆਂਡੇ ਨੇ ਉਹ ਵੀ ਸਭ ਦੇ ਇਕੱਠੇ ਨੇ, ਜਿਹੜੇ ਬਾਲ ਜੰਮੇ ਨੇ ਉਹ ਵੀ ਸਭ ਦੇ ਨੇ, ਜਿਹੜੀਆਂ ਬੁੱਢੀਆਂ ਹੋ ਗਈਆਂ ਨੇ ਉਹ ਵੀ ਸਭ ਦੀਆਂ ਨੇ।
ਜਿਹੜੀਆਂ ਜਵਾਨ ਨੇ ਉਹ ਵੀ ਸਭ ਦੀਆਂ ਨੇ, ਉਹ ਇਕੱਠੀਆਂ ਰਹਿੰਦੀਆਂ ਨੇ ਪਈਆਂ। ਇਕੱਠੇ ਜੀਵਨ ਦਾ ਨਿਸ਼ਾਨ ਏ ਕੀੜੀ ਹੋਵਣ, ਹੋਵਣ ਆਈਆਂ ਤੇ ਰਲ ਕੀੜੀ ਹੋਈ। ਕਿ ਅਗਰ ਅਸੀਂ ਹੋਵਣ ਤੇ ਆ ਗਏ ਹਾਂ ਤੇ ਫਿਰ ਹੁਣ ਸਾਨੂੰ ਕੀੜੀ ਹੋਣ ਦੀ ਲੋੜ ਹੈ। ਔਰ ਔਰਤ ਜਿਸ ਵਕਤ ਗੱਲ ਕਰ ਰਹੀ ਹੁੰਦੀ ਏ ਬਰਾਬਰੀ ਦੀ, ਇਕਾਈ ਦੀ, ਸਾਂਝ ਦੀ, ਆਪਣੇ ਹੱਕ ਦੀ, ਤੇ ਉਹ ਇਹ ਬਿਲਕੁਲ ਨਹੀਂ ਕਹਿ ਰਹੀ ਕਿ ਮੈਨੂੰ ਹੀ ਹੱਕ ਦਿੱਤਾ ਜਾਏ, ਬਲਕਿ ਉਹ ਕੁੱਲ ਖਲਕਤ ਦੇ ਹੱਕ ਦੀ ਗੱਲ ਕਰ ਰਹੀ, ਕੁੱਲ ਸਮਾਜ ਵਿੱਚ ਮੌਜੂਦ ਕੁੱਲ ਜੀਆ ਜੂਨ ਦੇ ਬਰਾਬਰ ਹਕੂਕ ਦੀ ਗੱਲ ਕਰ ਰਹੀ। ਔਰ ਅਗਰ ਉਹ ਆਜ਼ਾਦੀ ਦੀ ਗੱਲ ਕਰ ਰਹੀ ਹੈ ਤੇ ਉਹ ਕੁੱਲ ਖਲਕਤ ਦੀ ਆਜ਼ਾਦੀ ਦਾ ਸਵਾਲ ਲੈ ਕੇ ਚੱਲ ਰਹੀ। ਔਰਤ ਦੇ ਕੋਲ ਇਹ ਵੰਡ ਮੌਜੂਦ ਨਹੀਂ ਹੈ ਕਿ ਮੈਨੂੰ ਇਹ ਦਿੱਤਾ ਜਾਏ ਤੇ ਉਹਨੂੰ ਇਹ ਨਾ ਦਿੱਤਾ ਜਾਏ, ਬਲਕਿ ਉਹਦਾ ਇੱਕੋ ਸਵਾਲ ਹੈ ਕਿ ਜੋ ਹੋਵੇ ਉਹ ਸਭ ਲਈ ਹੋਵੇ ਔਰ ਬਰਾਬਰ ਹੋਵੇ, ਬਸ। ਔਰ ਇਹ ਬਹੁਤ ਬਹੁਤ ਵੱਡੀ ਚੀਜ਼ ਹੈ ਜਿਹੜੀ ਕਿ ਔਰਤ ਡਿਮਾਂਡ ਕਰ ਸਕਦੀ। ਕਿਉਂ? ਕਿਉਂਕਿ ਉਹ ਹੈ ਆਜ਼ਾਦ, ਉਹ ਅੰਦਰੋਂ ਆਜ਼ਾਦ ਹੈ, ਉਹ ਅੰਦਰੋਂ ਆਜ਼ਾਦ ਹੈ ਔਰ ਉਹਦਾ ਅੰਦਰ ਹਰ ਵੇਲੇ ਨਵੀਂ ਕ੍ਰੀਏਸ਼ਨ ਕਰਦਾ ਪਿਆ, ਨਵੀਂ ਚੀਜ਼ ਬਣਾ ਰਿਹਾ ਹੈ, ਨਵੀਂ ਤਖਲੀਕ ਕਰ ਰਿਹਾ ਹੈ, ਨਵੀਂ ਸਿਰਜਣਾ ਪਿਆ ਕਰਦਾ ਹੈ। ਤੇ ਜਿਸ ਵਕਤ ਸਿਰਜਣਾ ਨਾ ਹੋਵੇ, ਤਖਲੀਕ ਨਾ ਹੋਵੇ, ਤੇ ਅੰਦਰ ਬੰਜਰ ਔਰ ਵਰਾਨ ਹੁੰਦਾ ਹੈ। ਔਰ ਅੰਦਰ ਦਾ ਬੰਜਰ ਔਰ ਵਰਾਨ ਹੋਵਣ ਦੱਸਦਾ ਏ ਕਿ ਇਹ ਜੀ ਹੁਣ ਜਿਉਂਦਾ ਨਹੀਂ ਹੈ ਪਿਆ, ਕਿਉਂਕਿ ਮੋਈ ਚੀਜ਼ ਉਪਜ ਨਹੀਂ ਕਰਤੀ, ਕੁਛ ਪੈਦਾ ਨਹੀਂ ਕਰ ਸਕਦੀ, ਉਹ ਵਰਾਨ ਹੋ ਜਾਂਦੀ ਹੈ, ਬੰਜਰ ਹੋ ਜਾਂਦੀ। ਤੇ ਔਰਤ ਜਿਸ ਵਕਤ ਲੇਬਰ ਦੀ ਗੱਲ ਕਰਦੀ ਏ, ਹੱਕ ਦੀ ਗੱਲ ਕਰਦੀ ਏ, ਆਜ਼ਾਦੀ ਦੀ ਗੱਲ ਕਰਦੀ ਏ, ਤੇ ਉਹ ਕੁੱਲ ਖਲਕਤ ਲਈ ਇਹ ਗੱਲ ਕਰਦੀ, ਸਿਰਫ ਆਪਣੇ ਲਈ ਨਹੀਂ ਕਰਦੀ। ਕਿਉਂਕਿ ਉਹਨੂੰ ਉਹਨਾਂ ਗੁਲਾਮਾਂ ਦੀ ਗੁਲਾਮੀ ਦਾ ਅਹਿਸਾਸ ਹੈ, ਕਿਉਂਕਿ ਉਹ ਆਪ ਗੁਲਾਮੀ ਵੇਖਦੀ ਹੈ। ਉਹਨੂੰ ਮਜ਼ਦੂਰਾਂ ਦੀ ਮਜ਼ਦੂਰੀ ਦਾ ਔਰ ਉਹਨਾਂ ਦੀ ਮਿਹਨਤ ਮੁਸ਼ੱਕਤ ਦਾ ਅਹਿਸਾਸ ਹੈ, ਕਿਉਂਕਿ ਉਹ ਆਪ ਕਰਦੀ ਹੈ। ਤੇ ਅਸੀਂ ਟਾਈਮ ਮੇਰਾ ਖਿਆਲ ਹੈ ਹੋ ਗਿਆ, ਜਾਂ ਅਸੀਂ ਹੋਰ ਗੱਲ ਕਰ ਸਕਨੇ ਆ ਡਿਟੇਲ ਤੇ ਅਸੀਂ ਜਿੰਨੀ ਵੀ ਕਰੀਏ ਹੋ ਸਕਦੀ ਹੈ, ਪਰ ਮੇਰਾ ਖਿਆਲ ਹੈ ਸਵਾਲ ਜਵਾਬ ਦੇ ਜ਼ਰੀਏ ਗੱਲ ਹੋਰ ਵਾਜ਼ੇ ਹੋ ਸਕਦੀ ਹੈ।